ਗੁਰੂ ਨਾਨਕ ਪਦ ਪੰਕਜ ਬੰਦਨ, ਪਦ ਪੰਕਜ ਬੰਦਨ। ਸਿਮਰੋ ਅੰਗਦ ਦੁਖ ਨਿਕੰਦਨ। ਅਮਰਦਾਸ ਗੁਰ ਹਿਰਦੈ ਧਿਆਵੋ, ਗੁਰ ਹਿਰਦੈ ਧਿਆਵੋ। ਸ੍ਰੀ ਗੁਰੂ ਰਾਮਦਾਸ ਗੁਣ ਗਾਵੋ। ਸ੍ਰੀ ਅਰਜਨ ਬਿਘਨਨ ਕੇ ਨਾਸਕ, ਬਿਘਨਨ ਕੇ ਨਾਸਕ। ਹਰ ਗੋਬਿੰਦ ਸੋਭ ਸੁਮਤ ਪ੍ਰਕਾਸ਼ਕ। ਸ੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਗੁਰ ਹਰਿ ਕ੍ਰਿਸ਼ਨ ਮਨਾਏ ਬਹੋਰੀ। ਤੇਗ ਬਹਾਦਰ ਪਰਮ ਕਿਰਪਾਲਾ, ਪਰਮ ਕਿਰਪਾਲਾ। ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ। ਤਰੋਂ ਤਰਾ ਪਰ ਪੁਨ ਪੁਨ ਸੀਸਾ, ਪੁਨ ਪੁਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਨਕ ਭਗਤ ਵੈਰਾਗ। ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, ਜੀਤੇ ਪੰਚ ਵਿਕਾਰ। ਤਿਨ ਸੰਤਨ ਕਾ ਬੰਦਨਾ, ਸਿਰ ਚਰਨਨ ਪਰਤਾਰ। ਏਕ ਓੰਕਾਰਾ ਸਤਿਗੁਰੂ, ਤੇਹ ਪ੍ਰਸਾਦ ਸਚ ਹੋਇ। ਵਾਹਿਗੁਰੂ ਜੀ ਕੀ ਫਤਿਹ। ਬਿਘਨ ਵਿਨਾਸ਼ਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਕ ਜਨਮ ਦੁਰਮਤ ਬਿਵਹਾਰਾ, ਸੋ ਅਭਿਆਸ ਬਲੀ ਉਰ ਧਾਰਾ। ਅਨਕ ਜਨਮ ਦੁਰਮਤ ਬਿਵਹਾਰਾ। ਪਰਮ ਸਨਮਾਨਯੋਗ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਸਰਬੱਤ ਸੰਗਤਾਂ ਬਹੁਤ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਜਿਨ੍ਹਾਂ ਨੂੰ ਦਸਾਂ ਪਾਤਸ਼ਾਹੀਆਂ ਦੇ ਪਾਵਨ ਪ੍ਰਤੱਖ ਸਰੂਪ, ਤਖਤ ਚਬਰ ਛਤਰ ਦੇ ਮਾਲਕ ਸਤਿਗੁਰੂ, ਲੋਕ ਪ੍ਰਲੋਕ ਦੀਆਂ ਬਖਸ਼ਿਸ਼ਾਂ ਦੇ ਦਾਤੇ ਸਤਿਗੁਰੂ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿਖੇ ਜੁੜ ਕਰਕੇ ਹੈੱਡਕੁਆਟਰ ਦਮਦਮੀ ਟਕਸਾਲ ਜਥਾ ਪਿੰਡਰਾ ਮਹਿਤਾ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਹਰ ਸਾਲ ਦੀ ਤਰ੍ਹਾਂ ਜੂਨ 1984 ਦਾ
ਜੋ ਤੀਸਰਾ ਘੱਲੂਘਾਰਾ ਵਾਪਰਿਆ, ਵਾਪਰੀ ਗੱਲ ਕੁਦਰਤੀ ਹੋਇਆ ਕਰਦੀ ਹੈ, ਜੋ ਅਚਨਚੇਤ ਤੁਹਾਡੇ ਨਾਲ ਬ੍ਰਹਿਮੰਡ ਵਿੱਚ, ਸੰਸਾਰ ਵਿੱਚ ਕਿਸੇ ਰੂਪ ਵਿੱਚ ਵਾਪਰ ਜਾਂਦੀ ਹੈ, ਜੋ ਜਾਣ ਬੁੱਝ ਕੇ ਤੁਹਾਡੇ ਨਾਲ ਕਿਸੇ ਤਰ੍ਹਾਂ ਦਾ ਵਿਵਹਾਰ ਕੀਤਾ ਜਾਂਦਾ ਹੈ, ਭਾਵ ਮਾੜਾ ਜਾਂ ਚੰਗਾ, ਉਸ ਪਿੱਛੇ ਤੁਹਾਡੀ ਮਨਸ਼ਾ ਦਾ ਪੱਖ ਹੋਇਆ ਕਰਦਾ ਕਿ ਤੁਹਾਡੀ ਮਨਸ਼ਾ, ਤੁਹਾਡੀ ਸੋਚ, ਤੁਸੀਂ ਕੀ ਬਣਤ ਬਣਾਈ ਹੋਈ ਹੈ, ਔਰ ਉਸ ਵਿਚਾਰ ਨੂੰ ਸੋਚੀ ਸਮਝੀ ਸੋਚ ਕਿਹਾ ਜਾਂਦਾ ਹੈ। ਚੰਗਾ ਪਕਸ਼ ਜਦੋਂ ਹੁੰਦਾ ਤਾਂ ਚੰਗੀ ਵਿਚਾਰ, ਚੰਗੀ ਸੋਚ, ਤੇ ਮਾੜਾ ਜਦੋਂ ਕੋਈ ਤੁਹਾਡਾ ਕਰਦਾ ਉਦੋਂ ਸਮਝੀਦਾ ਹੈ ਵੀ ਇਹ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਸਾਰਾ ਕੁਝ ਤੁਹਾਡੇ ਨਾਲ ਕੀਤਾ ਗਿਆ। ਇਸ ਕਰਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅਕਾਲ ਤਖਤ ਸਾਹਿਬ ਜੀ ਅਤੇ ਹੋਰ ਵੀ 37 ਇਤਿਹਾਸਕ ਗੁਰਧਾਮ ਸਨ ਪੰਜਾਬ ਦੇ ਵਿੱਚ, ਜਿਨ੍ਹਾਂ ਉੱਤੇ ਉਸ ਸਮੇਂ ਦੀ ਜਰਮਾਨੀ ਜ਼ਾਲਮ ਹਕੂਮਤ ਨੇ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਹਮਲਾ ਕੀਤਾ। ਔਰ ਇਹ ਹਮਲਾ ਅਚਾਨਕ ਨਹੀਂ ਕੀਤਾ ਗਿਆ, ਇਹ ਹਮਲਾ ਆਪਣੇ ਆਪ ਨਹੀਂ ਹੋਇਆ, ਕਿਸੇ ਘਟਨਾ ਨੂੰ ਵੇਖ ਕੇ ਨਹੀਂ ਕੀਤਾ ਗਿਆ। ਇਸ ਦੀਆਂ ਤਿਆਰੀਆਂ ਬਹੁਤ ਲੰਮਾ ਸਮਾਂ ਪਹਿਲਾਂ ਕੀਤੀਆਂ ਹੋਈਆਂ ਸਨ। ਔਰ ਇਹ ਹਮਲਾ ਕਿਸ ਵਾਸਤੇ ਕੀਤਾ ਗਿਆ ਕਿ ਸਿੱਖ ਹੱਕਾਂ ਨੂੰ ਦਬਾਉਣ ਵਾਸਤੇ। ਸਿੱਖ ਹੱਕਾਂ ਦੀ ਗੱਲ ਨਾ ਹਿੰਦੁਸਤਾਨ ਵਿੱਚ ਕੋਈ ਉਠਾ ਸਕੇ, ਔਰ ਸਿੱਖ ਕੌਮ ਆਪਣੇ ਹੱਕ ਨਾ ਲੈ ਸਕੇ, ਮੰਗ ਨਾ ਸਕੇ, ਔਰ ਅਣਖ ਅਤੇ ਸਵੈਮਾਨ ਨਾਲ ਇਸ ਕੌਮ ਨੂੰ ਇੱਥੇ ਜਿਉਣ ਨਹੀਂ ਦੇਣਾ, ਔਰ ਇਸ ਕੌਮ ਨੂੰ ਅਸੀਂ ਗੁਲਾਮ ਰੱਖਣਾ, ਗੁਲਾਮੀ ਵਿੱਚ ਜਕੜ ਕੇ ਰੱਖਣਾ। ਇਹ ਸਾਰੀਆਂ ਉਸ ਸਮੇਂ ਦੀ ਜਰਬਾਨੀ ਹਕੂਮਤ ਨੇ ਮਨ ਵਿੱਚ ਸਾਜ਼ਿਸ਼ਾਂ ਗੁੰਦੀਆਂ ਹੋਈਆਂ ਸਨ, ਜਿਸ ਦੇ ਤਹਿਤ 1 ਜੂਨ ਤੋਂ 6 ਜੂਨ ਤੱਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਬੜਾ ਭਿਆਨਕ ਹਮਲਾ ਕੀਤਾ ਗਿਆ। ਜੇ ਸਾਜ਼ਿਸ਼ ਨਾ ਹੁੰਦੀ ਤਾਂ ਇਹਦੇ ਹੋਰ ਬੜੇ ਵਿਕਲਪ ਸਨ, ਬੜੇ ਰਾਹ ਸਨ, ਔਰ ਹੋਰ ਕਈ ਢੰਗਾਂ ਦੇ ਨਾਲ ਇਸ ਹਮਲੇ ਬਾਰੇ ਵਿਚਾਰ ਕੀਤੀ ਜਾ ਸਕਦੀ ਸੀ। ਪਰ ਸਾਧ ਸੰਗਤ ਜੀ, ਉਸ ਸਮੇਂ ਦੀ ਜਰਮਾਨੀ ਹਕੂਮਤ ਨੇ ਇੱਕੋ ਗੱਲ ਹੀ ਮਥੀ ਹੋਈ ਸੀ ਕਿ ਪੂਰੀ ਕੌਮ ਨੂੰ ਇੱਕ ਸਬਕ ਸਿਖਾਉਣਾ। ਪਰ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਬਚਨ ਹਨ, ਜਬੈ ਬਾਣ ਲਾਗਿਓ ਤਬੈ ਰੋਸ ਜਾਗਿਓ। ਸਿਆਣੇ ਪੁਰਸ਼ਾਂ ਦਾ ਕਥਨ ਹੈ, ਗੇਂਦ ਨੂੰ ਜਿੰਨਾ ਧਰਤੀ ਤੋਂ ਸਿੱਟੋ, ਜ਼ੋਰ ਨਾਲ ਸਿੱਟੋ, ਓਨੀ ਉੱਭਰ ਕੇ ਉੱਤੇ ਨੂੰ ਜਾਂਦੀ ਹੈ। ਇਸੇ ਤਰ੍ਹਾਂ ਇਸ ਕੌਮ ਤੇ ਜਦੋਂ ਵੀ ਜ਼ੁਲਮ ਹੋਏ, ਜ਼ੁਲਮ ਢਾਏ ਗਏ ਜ਼ਾਲਮਾਂ ਜਰਮਾਣਿਆਂ ਵੱਲੋਂ, ਇਹ ਕੌਮ ਅੱਗੇ ਨਾਲੋਂ ਵੀ ਤਾਕਤਵਰ ਬਣ ਕੇ ਸੰਸਾਰ ਦੀਆਂ ਨਜ਼ਰਾਂ ਦੇ ਵਿੱਚ ਸਾਰਿਆਂ ਦੇ ਸਾਹਮਣੇ ਆਈ। ਕਿਉਂਕਿ ਜਿਵੇਂ ਇਤਿਹਾਸ ਦੇ ਬੋਲ ਹਨ, ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੋਏ, ਜਿਉਂ ਜਿਉਂ ਮੰਨੂ ਵੱਢਦਾ ਅਸੀਂ ਦੂਣ ਸਵਾਏ ਹੋਏ। ਇਹ ਉਹ ਪ੍ਰਾਚੀਨ ਪੰਥ ਪ੍ਰਕਾਸ਼ ਦੇ ਬੋਲ ਸਨ ਕਿ ਮੰਨੂ ਜਦੋਂ ਖਾਲਸੇ ਨੂੰ ਸ਼ਹੀਦ ਕਰਨ ਵਾਸਤੇ ਹਮਲੇ ਕਰਦਾ, ਜਿਵੇਂ ਜਿਵੇਂ ਸਿੰਘਾਂ ਦੀਆਂ ਸ਼ਹੀਦੀਆਂ ਹੁੰਦੀਆਂ, ਜਿਵੇਂ ਸੋਏ ਦੀ ਖੇਤੀ ਹੁੰਦੀ ਹੈ, ਸੌਂਫ ਦੇ ਵਿੱਚੋਂ ਇੱਕ ਨਸਲ ਦਾ ਉਹ ਖੇਤੀ ਦਾ ਇੱਕ ਅੰਗ ਮੰਨਿਆ ਜਾਂਦਾ। ਜਿੰਨਾ ਉਹਨੂੰ ਵੱਢੀ ਜਾਈਏ ਉਹਨਾਂ ਥੱਲਿਓਂ ਉਹਦੀਆਂ ਲਗਰਾਂ ਬੜੀਆਂ ਹਰੀਆਂ ਭਰੀਆਂ ਆਪਣੇ ਆਪ ਹੀ ਫੁੱਟਦੀਆਂ ਅੱਗੇ ਆਉਂਦੀਆਂ ਹਨ। ਇਸ ਤਰ੍ਹਾਂ ਕਹਿੰਦੇ ਖਾਲਸਾ, ਜਿਵੇਂ ਜਿਵੇਂ ਖਾਲਸੇ ਦੇ ਉੱਤੇ ਜਰਮਾਨੀ ਹਕੂਮਤ ਨੇ ਹਮਲੇ ਕੀਤੇ, ਖਾਲਸਾ ਉਵੇਂ ਹੀ ਸੰਸਾਰ ਵਿੱਚ ਅੱਗੇ ਨਾਲੋਂ ਤਾਕਤਵਰ ਹੋ ਕਰਕੇ, ਬਲਵਾਨ ਹੋ ਕੇ ਸੰਸਾਰ ਵਿੱਚ ਉੱਭਰਿਆ ਹੈ।
और सन 1700 ਤੋਂ ਲੈ ਕੇ ਅੱਜ ਤੱਕ ਦਾ ਜੋ ਇਤਿਹਾਸ ਹੈ ਗੁਰਸਿੱਖਾਂ ਦਾ, ਗੁਰਸਿੱਖੀ ਪੰਥ ਦਾ, ਖਾਲਸੇ ਪੰਥ ਦਾ, ਉਹ ਇਸ ਗੱਲ ਦੀ ਗਵਾਹੀ ਭਰਦਾ ਕਿ ਜਦੋਂ ਜਦੋਂ ਵੀ ਕੌਮ ਤੇ ਹਮਲੇ ਹੋਏ, ਡਾਕਟਰ ਬਲਵੀਰ ਸਿੰਘ ਜੀ ਇੱਕ ਗੱਲ ਲਿਖਦੇ ਹੈ ਕਿ ਜਦੋਂ ਜਦੋਂ ਇਹ ਗੁਰੂ ਨਾਨਕ ਸਾਹਿਬ ਜੀ ਦੀ ਕੌਮ, ਉਹਨਾਂ ਦਾ ਪੰਥ ਸ਼ਹੀਦਾਂ ਦੀ ਪਵਿੱਤਰ ਨੈਣ ਦੇ ਵਿੱਚ ਨਹਾਤਾ ਹੈ, ਉਹਨਾਂ ਇਸ ਪੰਥ ਨੂੰ ਨਿਰਮਲਤਾ, ਉਜਲਤਾ, ਬਲਵਾਨ ਔਰ ਸ਼ਕਤੀ ਪ੍ਰਾਪਤ ਹੋਈ। ਨੈਣ ਨਾਮ ਨਦੀ ਦਾ ਹੈ, ਔਰ ਜਿਵੇਂ ਨਦੀ ਵਿੱਚ ਪਾਣੀ ਵਗਦਾ, ਜਦੋਂ ਸ਼ਹੀਦ ਸ਼ਹੀਦੀਆਂ ਦਿੰਦੇ ਹੈ ਤਾਂ ਉਹਨਾਂ ਦੇ ਪਵਿੱਤਰ ਖੂਨ ਦੀਆਂ ਨਦੀਆਂ ਵਗਦੀਆਂ ਹਨ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਉਹ ਘਿਨਾਉਣਾ ਹਮਲਾ ਜਦੋਂ ਕੀਤਾ ਗਿਆ, ਪ੍ਰਕਰਮਾਂ ਦੇ ਵਿੱਚ ਵੀ ਖੂਨ ਦੀਆਂ ਨਦੀਆਂ ਵਗੀਆਂ ਸਨ। ਸ੍ਰੀ ਅਕਾਲ ਤਖਤ ਸਾਹਿਬ, ਸ੍ਰੀ ਹਰਿਮੰਦਰ ਸਾਹਿਬ ਦੇ ਇਰਦ ਗਿਰਦ ਔਰ ਪਵਿੱਤਰ ਸਰੋਵਰ ਵੀ ਸ਼ਹੀਦਾਂ ਦੀ ਪਵਿੱਤਰ ਰਤ ਦੇ ਨਾਲ ਲਾਲੋ ਲਾਲ ਕਰ ਦਿੱਤਾ ਗਿਆ। ਜਦੋਂ ਉਹ ਦਿਨ ਸਾਡੀਆਂ ਅੱਖਾਂ ਦੇ ਅੱਜ ਦੇ ਦਿਨ, ਇਹਨਾਂ ਦਿਨਾਂ ਵਿੱਚ ਉਹ ਸਮਾਂ ਸਾਹਮਣੇ ਆਉਂਦਾ ਹੈ ਤਾਂ ਇੱਕ ਵਾਰੀ ਸਾਰੀ ਕੌਮ ਦੇ ਦਿਲ ਨੂੰ ਹੱਥ ਪੈ ਜਾਂਦਾ ਹੈ ਕਿ ਕਿੰਨਾ ਵੱਡਾ ਜਬਰ, ਜ਼ੁਲਮ, ਸਿਤਮ ਸਮੁੱਚੀ ਕੌਮ ਉੱਤੇ ਢਾਇਆ ਗਿਆ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੂੰ ਹਮਲੇ ਦਾ ਨਿਸ਼ਾਨਾ ਬਣਾਇਆ ਗਿਆ। ਜਿਹੜੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਸਮੁੱਚੀ ਮਨੁੱਖਤਾ ਨੂੰ ਜਿੱਥੋਂ ਆਸਰਾ ਮਿਲਦਾ, ਸਮੁੱਚੀ ਮਨੁੱਖਤਾ ਨੂੰ ਜਿੱਥੋਂ ਸਰਬ ਸਾਂਝੀਵਾਲ ਦਾ ਉਪਦੇਸ਼ ਮਿਲਦਾ ਹੈ, ਹਰ ਧਰਮ ਨੂੰ ਜਿੱਥੋਂ ਏਕਤਾ ਦਾ ਉਪਦੇਸ਼ ਪ੍ਰਾਪਤ ਹੁੰਦਾ ਹੈ, ਉਹ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਹਮਲਾ ਕਰਨਾ ਔਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਗੋਲੀਆਂ ਦਾ ਨਿਸ਼ਾਨਾ ਬਣਾਉਣਾ। ਜਿਹੜੀ ਗੁਰਬਾਣੀ ਇਹ ਗੱਲ ਕਹਿੰਦੀ ਹੈ, ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੌਂ ਵਰਨਾ ਕੋ ਸਾਂਝਾ, ਉਸ ਗੁਰਬਾਣੀ ਦੇ ਸੋਮੇ, ਉਸ ਗੁਰਬਾਣੀ ਦੇ ਸਮੁੰਦਰ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਵੀ ਨਹੀਂ ਬਖਸ਼ਿਆ ਗਿਆ। ਔਰ ਜਿਸ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਮੇਂ ਤੋਂ ਲੈ ਕੇ ਮੁਗਲਿਆ ਸਲਤਨਤ ਔਰ ਇਸੇ ਤਰ੍ਹਾਂ ਇੰਗਲੈਂਡ ਦੀ ਸਲਤਨਤ, ਜਿੰਨੇ ਵੀ ਜਰਮਾਨੇ, ਪਠਾਨ, ਜਾਬਰ, ਜੋ ਵੀ ਜ਼ਾਲਮੇ ਇਸ ਧਰਤੀ ਤੇ ਆਏ, ਉਹਨਾਂ ਸਾਰਿਆਂ ਦੇ ਖਿਲਾਫ ਬਹੁਤ ਵੱਡੇ ਸੰਘਰਸ਼ ਹੋਏ, ਜੰਗਾਂ ਲੜੀਆਂ। ਔਰ ਉਸ ਮੀਰੀ ਪੀਰੀ ਦੇ ਮਾਲਕ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਨੂੰ, ਜਿਨ੍ਹਾਂ ਦੀ ਖਾਤਰ ਗੁਲਾਮੀ ਦੀਆਂ ਜੰਜੀਰਾਂ ਕੱਟੀਆਂ ਸਨ, ਉਹਨਾਂ ਲੋਕਾਂ ਨੇ ਉਸ ਤਖਤ ਦੇ ਵਾਰਸ ਬਣ ਕੇ ਉਹ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਵਿਜਾਨੇ ਵਿੱਚ ਕੀ ਦਿੱਤਾ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਉੱਤੇ ਤੋਪਾਂ ਤੇ ਟੈਂਕਾਂ ਦੇ ਹਮਲੇ ਕੀਤੇ। ਕਿਸੇ ਪ੍ਰਾਣੀ ਮਾਤਰ ਉੱਤੇ ਕੋਈ ਬੰਦਾ ਪਰਉਪਕਾਰ ਕਰਦਾ, ਸਾਰੀ ਜ਼ਿੰਦਗੀ ਉਹ ਉਸ ਦੇ ਸਨਮਾਨ ਵਿੱਚ ਹਮੇਸ਼ਾ ਸਿਰ ਝੁਕਾ ਕੇ ਚੱਲਦਾ ਕਿ ਇਸ ਬੰਦੇ ਨੇ ਮੇਰੇ ਤੇ ਕਿਸੇ ਸਮੇਂ ਬੜਾ ਪਰਉਪਕਾਰ ਕੀਤਾ ਸੀ, ਮੇਰੀ ਮਦਦ ਕੀਤੀ ਸੀ, ਮੇਰਾ ਭਲਾ ਕੀਤਾ, ਮੇਰੀ ਸਹਾਇਤਾ ਕੀਤੀ। ਔਰ ਉਹਦੇ ਪਰਉਪਕਾਰ ਨੂੰ ਸਦਾ ਆਪਣੇ ਮਨ ਵਿੱਚ ਵਸਾ ਕੇ ਰੱਖਦਾ। ਔਰ ਜੇ ਉਹਦਾ ਵਸ ਚੱਲਦਾ ਤਾਂ ਅਗਲੇ ਦੇ ਰਸਤੇ ਵਿੱਚ ਉਹ ਫੁੱਲ ਵਿਛਾਉਂਦਾ ਤੁਰਨ ਵਾਸਤੇ। ਪਰ ਸਾਧ ਸੰਗਤ ਜੀ, ਜਿਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਨੇ ਪਰਉਪਕਾਰ ਕੀਤੇ, ਉਸ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਤਖਤ ਉੱਤੇ ਫੁੱਲਾਂ ਦੀ ਵਰਖਾ ਤਾਂ ਕੀ ਕਰਨੀ ਸੀ, ਗੋਲੀਆਂ ਦੀ ਵਾਛੜ ਕੀਤੀ ਗਈ, ਤੋਪਾਂ ਟੈਂਕਾਂ ਦੇ ਗੋਲੇ ਮਾਰੇ ਗਏ। ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦਾ ਸ਼ਹੀਦੀ ਗੁਰਪੁਰਬ ਮਨਾਉਣ ਆਈਆਂ ਹੋਈਆਂ ਸੰਗਤਾਂ ਨੂੰ, ਛੋਟੇ ਛੋਟੇ ਭਟੰਗੀਆਂ ਨੂੰ, ਜਿਹੜੇ ਦੁੱਧ ਚੁੰਘਦੇ ਬਾਲ ਸਨ, ਬੱਚੇ ਸਨ ਮਾਵਾਂ ਦੇ, ਉਹਨਾਂ ਬੱਚਿਆਂ ਨੂੰ, ਉਹਨਾਂ ਦੀਆਂ ਮਾਵਾਂ ਨੂੰ, ਬਜ਼ੁਰਗਾਂ ਨੂੰ, ਨੌਜਵਾਨਾਂ ਨੂੰ, ਬੀਬੀਆਂ ਨੂੰ ਗੋਲੀਆਂ ਦੇ ਨਿਸ਼ਾਨੇ ਬਣਾ ਬਣਾ ਕੇ ਸ਼ਹੀਦ ਕਰ ਦਿੱਤਾ ਗਿਆ। ਇੱਥੇ ਬਸਨੀ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਸ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਤੋਂ ਲੈ ਕੇ ਦਸ਼ਮੇਸ਼ ਪਿਤਾ ਜੀ ਤੱਕ ਗੁਰਬਾਣੀ ਦੇ ਹਸਤ ਲਿਖਤ ਬਹੁਤ ਵੱਡੇ ਗੁਰਬਾਣੀ ਦੇ ਖਜ਼ਾਨੇ ਦੇ ਗ੍ਰੰਥ ਸਨ।
और श्री गुरु ग्रंथ साहब जी का हथ लिखत 3500 स्वरूप सी। सिख कौम का समुचा ही उत्थे बड़ा वड्डा इतिहासक सरमाया कौम ने सांभ के रखिया होया सी। उस रैफरेंस लाइब्रेरी नूं साध संगत जी उस समय की जरबानी हुकूमत ने बरूद दे नाल अग ला के साड़िया और जेड़े कीमती खरड़े सन उन्हां नूं चुक के लै गए। कीमती साजो समान चुकिया गया और कौम अज तक उस गल की मंग करती है। कौम नूं वो दुर्लभ खजाने अज तक वापस नहीं किए गए। इत्थे बस नहीं, जो तोशे खाना सी सचखंड श्री हरमंदर साहिब जी का, जिस दे अंदर संसार विच सब तो कीमती सरमाया सी, उस तोशे खाने नूं भी बरूद दे गोलियां दे नाल मार मार के गोले उस दे अंदर भी अग ला के उस खजाने दे विचों बहुमुल्लियां वस्तुआं नूं भी साड़िया गया। जो 9 लखी चाननी सी, जो निजाम हैदराबाद ने सिंह साहब महाराजा रणजीत सिंह जी नूं भेंट कीती, उस नूं भी अग ला के साड़िया गया। और अज 9 अरब तो उत्ते भी उस चाननी साहब की कीमत सी। ये तो एक मेरी उदाहरण है, तुहानूं पता नहीं किन्नियां क बेशकीमतियां गुरु घर दियां अमोलक निशानियां वो वस्तुआं उस खजाने का तहश नहश कर दिता गया। सो साध संगत जी ये दुखांत तुहाडे नाल वापरिया और समय की जालम हुकूमत ने सोची समझी साजिश के तहत सारा कुछ किया है। आप ऐसे अपने प्यारे शहीदों की पुनर सिमरती नूं सदा ही याद रखते हुए घल्लूघारे के शहीदी समागमां दे विच जुड़ते हाँ। जे आप इन्हां शहीदों नूं याद करांगे, उन्हां शहीदों की याद मनावांगे, तो साध संगत जी साडे उत्ते सतगुरु की अपार किरपा होएगी और साडी कौम नूं उन्हां शहीदों के आशीर्वाद के नाल मजबूत होण दा, बलवान होण दा और ताकतवर बनन दी शक्ति प्राप्त होएगी। शास्त्रां विच बड़ी सुंदर एक गल लिखी हुई है, बड़े ध्यान गोचरे तुहाडे सुनने वाली है। शास्त्रां विच लिखिया होया है, जो वीर धर्म संरक्षण के लिए स्वयं प्रयोजन को छोड़कर केवल धर्म की रक्षा के लिए अपने तन को धर्म की रक्षा करते करते हुए वीर गति को प्राप्त कर जाते हैं, उनकी पुण्य तिथि पे जब भी कोई व्यक्ति एक मुट्ठी अनाज की दान करता है, उसके घर में कभी भी धान्य का, अनाज का तोटा नहीं आता। जो व्यक्ति अपने वीर गति प्राणियों की पुण्य तिथि पे एक चुली पानी की अगर लोगों को दान करता है, उसके घर में कभी शांति का अभाव नहीं होता। जो व्यक्ति अपने वीर गति प्राणियों की पुण्य तिथि पे किसी के अंग ढांपने के लिए वस्त्रों का दान करता है, भगवान उनका सदैव पर्दा ढांपता है। जो व्यक्ति अपने वीर गति प्राणियों की पुण्य तिथि पे धन का दान करता है, उसके घर में कभी भी धन की कमी नहीं आती। और जो प्राणी अपने वीर गति प्राप्त करने वाले प्राणियों के निमित्त उनकी पुण्य तिथि पे उनकी याद में प्रभु का सिमरन करता है, सत्संगत करता है, उसको देवलोक की प्राप्ति होती है। ये हन उन्हां ग्रंथां दे बचन। हुण मैं इहदा अर्थात जिहड़ा है
अर्थात तो भाव गुरमुखी दे विच इहदा मतलब की है, ਉਹ ਵੀਰ ਗਤੀ ਕਿਸ ਨੂੰ ਕਹਿੰਦੇ ਹੈ। ਸਾਧ ਸੰਗਤ ਜੀ, ਹਿੰਦੁਸਤਾਨ ਦੀ ਜਿਹੜੀ ਭਾਰਤੀ ਸੰਸਕ੍ਰਿਤੀ ਹੈ, ਇਸ ਵਿੱਚ ਸ਼ਹੀਦ ਸ਼ਬਦ ਦਾ ਕਿਤੇ ਵੀ ਇਸਤੇਮਾਲ ਨਹੀਂ ਸਾਨੂੰ ਮਿਲਦਾ। ਸ਼ਹੀਦ ਸ਼ਬਦ ਦੀ ਜਿਹੜੀ ਉਤਪਤੀ ਹੈ ਨਾ, ਇਹ ਸਾਨੂੰ ਅਰਬੀ ਫਾਰਸੀ ਦੇ ਸ਼ਬਦਾਂ ਦੇ ਵਿੱਚੋਂ ਮਿਲਦੀ ਹੈ। ਹਾਂ, ਗੁਰਬਾਣੀ ਵਿੱਚ ਸ਼ਹੀਦ ਸ਼ਬਦ ਜ਼ਰੂਰ ਆਇਆ। ਜਿਹੜੀ ਭਾਰਤੀ ਸੰਸਕ੍ਰਿਤੀ ਦੇ ਜਿੰਨੇ ਵੀ ਧਾਰਮਿਕ ਗ੍ਰੰਥ ਹੈ, ਉਹਨਾਂ ਵਿੱਚ ਸ਼ਹੀਦਾਂ ਨੂੰ ਵੀਰ ਗਤੀ ਪ੍ਰਾਪਤੀ ਕਰਨ ਵਾਲੇ ਸੂਰਮੇ ਕਿਹਾ ਜਾਂਦਾ ਹੈ। ਭਾਵ ਜਿਹੜਾ ਬਹਾਦਰਾਂ ਵਾਲੀ, ਸੂਰਮਿਆਂ ਵਾਲੀ, ਯੋਧਿਆਂ ਵਾਲੀ, ਧਰਮ ਦੀ ਖਾਤਰ ਆਪਣੀ ਜ਼ਿੰਦਗੀ ਵਾਰ ਗਿਆ, ਉਸ ਨੂੰ ਉਹ ਲੋਕ ਕਹਿੰਦੇ ਆ ਕਿ ਵੀਰ ਗਤੀ ਪ੍ਰਾਪਤ ਕਰ ਗਿਆ। ਉਹ ਸ਼ਹੀਦਾਂ ਨੂੰ ਵੀਰ ਗਤੀ ਦਾ ਨਾਮ ਦੇ ਕੇ ਯਾਦ ਕਰਦੇ ਆ, ਉਹਨਾਂ ਦੀ ਸਿਮਰਤੀ ਵਿੱਚ ਉਹਨਾਂ ਦੀ ਗੱਲ ਕਰਦੇ ਆ, ਉਹਨਾਂ ਦਾ ਵਿਖਿਆਨ ਕਰਦੇ ਆ। ਔਰ ਅਰਬੀ ਫਾਰਸੀ ਦੇ ਵਿੱਚ ਉਸੇ ਵੀਰ ਗਤੀ ਦਾ ਅਰਥ ਸ਼ਹੀਦ ਆਉਂਦਾ ਹੈ। ਇਹਨਾਂ ਕੁ ਦੋਨੋਂ ਅਰਥਾਂ ਦਾ ਇਹਨਾਂ ਦਾ ਫਰਕ ਹੈ, ਮਤਲਬ ਇੱਕੋ ਹੀ ਹੈ। ਪੁੰਨ ਤਿਥੀ ਕਿਹਨੂੰ ਕਿਹਾ ਜਾਂਦਾ? ਪਵਿੱਤਰ ਤਿਥੀ, ਪਵਿੱਤਰ ਸਮਾਂ ਕਿਸ ਨੂੰ ਕਿਹਾ ਜਾਂਦਾ? ਆ ਜਿਹੜਾ ਤੁਸੀਂ 1 ਜੂਨ ਤੋਂ ਲੈ ਕੇ 6 ਜੂਨ ਤੱਕ ਬੈਠੇ ਹੋ ਨਾ, ਇਹ ਜਿਹੜੇ ਸ਼ਹੀਦੀ ਦਿਹਾੜੇ ਮਨਾ ਰਹੇ, ਇਹ ਪੁੰਨ ਤਿਥੀ ਹੈ। ਉਹ ਕਹਿੰਦੇ ਪੁੰਨ ਤਿਥੀ, ਜਿਸ ਦਿਨ ਬੰਦੇ ਦੇ ਪਾਪਾਂ ਦਾ ਨਾਸ ਹੋਵੇ ਔਰ ਪ੍ਰਾਣੀ ਨੂੰ ਪੁੰਨ ਪ੍ਰਾਪਤ ਹੋਣ, ਉਸ ਦਿਨ ਨੂੰ ਪੁੰਨ ਤਿਥੀ, ਪੁੰਨ ਦਾ ਸਮਾਂ ਕਿਹਾ ਜਾਂਦਾ ਹੈ, ਪਵਿੱਤਰ ਸਮਾਂ, ਜਿਹਦੇ ਨਾਲ ਤੁਹਾਡੇ ਸ਼ੁਭ ਕਰਮ ਵੱਧਦੇ ਆ ਔਰ ਪਾਪ ਕਰਮਾਂ ਦਾ ਤੁਹਾਡਿਆਂ ਦਾ ਨਾਸ ਹੁੰਦਾ, ਉਸ ਨੂੰ ਕਿਹਾ ਜਾਂਦਾ ਪੁੰਨ ਤਿਥੀ। ਭਾਵ ਉਹਨਾਂ ਦੇ ਸ਼ਹੀਦੀ ਦਿਹਾੜਿਆਂ ਦੇ ਉੱਤੇ ਜੇ ਇੱਕ ਮੁੱਠੀ ਵੀ ਕੋਈ ਆਪਣੀ ਅਨਾਜ ਦੀ ਦਿੰਦਾ ਕਿਸੇ ਨੂੰ, ਉਹਦੇ ਘਰ ਦੇ ਵਿੱਚ ਉਹ ਕਹਿੰਦੇ ਕਦੇ ਵੀ ਅੰਨ ਦਾ ਘਾਟਾ ਨਹੀਂ ਆਏਗਾ, ਕਦੇ ਵਾਸਤੇ ਵੀ ਉਹਨਾਂ ਦੇ ਘਰ ਵਿੱਚ ਅੰਨ ਦੀ ਥੁੜ ਨਹੀਂ ਆਏਗੀ। ਸ਼ਹੀਦਾਂ ਦੇ ਪ੍ਰਤੀ ਦਾਨ ਕਰਨ ਦਾ ਇੰਨਾ ਵੱਡਾ ਫਲ ਹੈ। ਉਹਨਾਂ ਦੇ ਘਰ ਦੇ ਵਿੱਚ ਤਿਚਰ ਮੂਲ ਨਾ ਥੁੜੀ ਦੋ, ਜਿਚਰ ਆਪ ਕਿਰਪਾਲ, ਸਭ ਤੋਂ ਖੁੱਟ ਬਾਬਾ ਨਾਨਕਾ ਖਾਹੇ ਖਰਚ ਧਨ ਮਾਲ। ਕਹਿੰਦੇ ਸ਼ਹੀਦਾਂ ਦੀ ਬਰਕਤ, ਸ਼ਹੀਦਾਂ ਦੀ ਅਸੀਸ ਨਾਲ ਉਹਨਾਂ ਦੇ ਘਰ ਦੇ ਵਿੱਚ ਅੰਨ ਦੇ ਭੰਡਾਰੇ ਭਰੇ ਰਹਿੰਦੇ, ਕਦੇ ਅੰਨ ਨਹੀਂ ਉਹਨਾਂ ਦੇ ਘਰ ਵਿੱਚੋਂ ਮੁੱਕਦਾ। ਦੂਜੀ ਗੱਲ ਉਹ ਕਹਿੰਦੇ ਆ, जो वीर गति प्राणियों की पुण्य तिथि पे एक चुलू पानी की दान करता। भाव एक चुली किसे नूं शहीदी दिहाड़ियां ते संगत नूं लोकां नूं पानी पिया दिंदा, उन्हां दे घर विच सदा ही पानी वांगू शीतलता बनी रहिंदी है, उन्हां दे घर विच शांति बनी रहिंदी है, उन्हां दे घर विच कदे झगड़ा, कल कलेश और उन्हां दे घर दे विच कदे अशांति नहीं आउंदी, उत्थे शांति बनी रहेगी। और कहंदे जो अपने शहीदां दे निमित्त किसे नूं पुण्य तिथि दे उत्ते वस्त्र देण दा दान करदा, कहंदे भगवान परमात्मा वाहिगुरू उन्हां दा सदा ही पर्दा ढकदा। उस दी उन्हां दी कुल दा, उन्हां दे परिवार दा परमात्मा सदा ही पर्दा ढकदा। एडा वड्डा फल। फिर चौथी गल वो कहते हैं, जो उन्हां शहीदां दी याद विच उन्हां दी पुण्य तिथि ते उन्हां दे शहीदी दिहाड़ियां ते उन्हां शहीदां नूं चेते करके उन्हां दी याद विच प्रभु दा, वाहिगुरू परमेश्वर अकाल पुरख दा सिमरन करदा। शहीदां लई बाणी पढ़नी, शहीदां लई नाम जपना और उन्हां दी याद विच सत संगत करनी। ਜਿਹੜਾ ਪ੍ਰਾਣੀ ਇਹ ਕੁਝ ਕਰਦਾ, ਕਹਿੰਦੇ ਉਹਨੂੰ ਦਿਵ ਲੋਕ ਦੀ, ਦਿਵ ਲੋਕ ਹੁੰਦਾ ਜਿਹੜਾ ਪ੍ਰਕਾਸ਼ਮਾਨ ਲੋਕ ਹੈ। ਪ੍ਰਕਾਸ਼ਮਾਨ ਲੋਕ ਕੀ ਹੈ? ਸੱਚਖੰਡ। ਕਹਿੰਦੇ ਉਹਨੂੰ ਸੱਚਖੰਡ ਦੀ ਪ੍ਰਾਪਤੀ ਹੁੰਦੀ ਹੈ। ਗੱਜ ਕੇ ਆਖੋ ਭਾਈ ਵਾਹਿਗੁਰੂ। ਇਹ ਤੁਹਾਨੂੰ ਹੁਣ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ कि शहीदां दी याद विच जुड़न दा, शहीदां दी याद विच भजन सिमरन करन दा, बाणी पढ़न दा, शहीदां दी याद विच सत संगत करन दा, शहीदां दी याद विच सेवा करन दा किन्ना वड्डा फल है, किन्ना वड्डा फल है।
ਇਸੇ ਕਰਕੇ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੇ ਸ਼ਹੀਦੀ ਦਿਹਾੜੇ ਤੇ ਸੰਗਤਾਂ ਠੰਡੇ ਮਿੱਠੇ ਜਲ ਦੀਆਂ ਛਬੀਲਾਂ ਕਿਉਂ ਲਾਉਂਦੀਆਂ? ਸ਼ਹੀਦੀ ਦਿਹਾੜਿਆਂ ਤੇ ਗਰਮੀ ਦੀ ਰੁੱਤ ਵਿੱਚ ਕਿਉਂ ਠੰਡੇ ਮਿੱਠੇ ਜਲ ਦੀ ਛਬੀਲ ਲਾਈ ਜਾਂਦੀ ਹੈ? ਉਹ ਛਬੀਲ ਦੀ ਜਿਹੜੀ ਤੁਸੀਂ ਸੇਵਾ ਕਰਦੇ ਹੋ, ਜਦੋਂ ਪ੍ਰਾਣੀ ਮਾਤਰ ਉਹ ਜਲ ਛਕਦਾ, ਉਹ ਠੰਡਾ ਸੀਤਲ ਜਲ ਛਕਣ ਦੇ ਨਾਲ ਤੁਹਾਨੂੰ ਸ਼ਹੀਦਾਂ ਦੀਆਂ ਔਰ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਦੀਆਂ ਬਖਸ਼ਿਸ਼ਾਂ ਦੇ ਨਾਲ ਤੁਹਾਨੂੰ ਸੀਤਲਤਾ ਪ੍ਰਾਪਤ ਹੋਏਗੀ। ਤੁਹਾਡੇ ਅੰਦਰ ਵੀ ਠੰਡ ਵਰਤੇਗੀ, ਤੁਹਾਡੇ ਪਰਿਵਾਰ ਵਿੱਚ ਵੀ ਠੰਡ ਵਰਤੇਗੀ। ਕਿਣਕਾ ਕਿਣਕਾ ਸੇਵਾ ਕਰਨ ਦਾ ਭਾਵ ਇੰਨਾ ਵੱਡਾ ਪੁੰਨ ਹੈ ਸਾਧ ਸੰਗਤ ਜੀ। ਔਰ ਸ਼ਹੀਦਾਂ ਦੀ ਕਿੱਡੀ ਵੱਡੀ ਸ਼ਕਤੀ ਹੈ, ਸ਼ਹੀਦ ਕਿੰਨੇ ਸਮਰੱਥ ਹੈ। ਮੈਂ ਇੱਕ ਉਦਾਹਰਣ ਦੇ ਕੇ ਅੱਗੇ ਚੱਲਾਂ। ਜਦੋਂ ਜਿੱਥੇ ਦੇਵਤਿਆਂ ਦਾ ਵੀ ਵਸ ਨਹੀਂ ਚੱਲਦਾ, ਦੇਵਤਿਆਂ ਦਾ ਵੀ ਜ਼ੋਰ ਨਹੀਂ ਚੱਲਦਾ, ਉੱਥੇ ਫਿਰ ਸ਼ਹੀਦ ਜਾ ਕੇ ਉਹਨਾਂ ਦੀ ਰੱਖਿਆ, ਉਹਨਾਂ ਦੀ ਸਹਾਇਤਾ ਕਰਦੇ। ਹਿੰਦੂ ਧਰਮ ਵਿੱਚ ਦੇਵਤਿਆਂ ਕੋਲੋਂ ਉਹ ਪ੍ਰਾਣੀ ਸਾਰੀਆਂ ਆਪਣੀਆਂ ਮੁਰਾਦਾਂ ਪ੍ਰਾਪਤ ਕਰਦੇ ਹੈ, ਕਾਮਨਾਵਾਂ ਪੂਰੀਆਂ ਕਰਾਉਂਦੇ ਆ ਉਹਨਾਂ ਦੀ ਪੂਜਾ ਕਰਕੇ। ਪਰ ਸਾਧ ਸੰਗਤ ਜੀ, ਜਿਸ ਵਕਤ ਔਰੰਗਜ਼ੇਬ ਨੇ ਹਿੰਦੂ ਧਰਮ ਦੇ ਉੱਤੇ ਇੰਨਾ ਅਤਿਆਚਾਰ ਕੀਤਾ, ਇੰਨਾ ਜ਼ੁਲਮ ਇਸ ਧਰਤੀ ਤੇ ਕੀਤਾ, ਤਾਂ ਹਿੰਦੂ ਧਰਮ ਦੇ ਅਨੁਯਾਈਆਂ ਨੇ ਆਪਣੇ ਦੇਵੀ ਦੇਵਤਿਆਂ ਦੀ ਆਰਾਧਨਾ ਕੀਤੀ। ਔਰ ਉਹਨਾਂ ਨੂੰ ਦੇਵਤਿਆਂ ਨੇ ਕੀ ਜਵਾਬ ਦਿੱਤਾ ਸੀ ਕਿ ਇਸ ਵਕਤ ਔਰੰਗਜ਼ੇਬ ਦਾ ਇੰਨਾ ਤਪੋਬਲ ਹੈ। ਤਪੋਬਲ ਸਾਧ ਸੰਗਤ ਜੀ, ਤਪੱਸਿਆ ਵਿੱਚ ਇੰਨੀ ਸ਼ਕਤੀ ਹੁੰਦੀ ਹੈ, ਇੰਨਾ ਬਲ ਹੁੰਦਾ, ਜਿਹੜਾ ਬੰਦਾ ਆਪਣੇ ਜੀਵਨ ਵਿੱਚ ਤਪੋਬਲ ਵਧਾ ਲੈਂਦਾ, ਉਹਦੇ ਸਾਰੇ ਦੁੱਖ ਕਲੇਸ਼ ਔਰ ਸੰਕਟ ਕੱਟੇ ਜਾਂਦੇ ਆ। ਤਪੋਬਲ, ਇਹ ਤਪੋਬਲ ਹੀ ਹੈ ਜਿਹੜੀ ਲੰਗਰ ਵਿੱਚ ਸੇਵਾ ਕਰਨੀ, ਜਿਹੜਾ ਸਿਮਰਨ ਕਰਨਾ, ਸਤ ਸੰਗਤ ਕਰਨੀ ਹੈ, ਤੁਹਾਡਾ ਤਪੋਬਲ ਵੱਧ ਰਿਹਾ। ਜਿਹੜਾ ਤੁਸੀਂ ਇਕਾਂਤ ਵਿੱਚ ਬੈਠ ਕੇ ਗੁਰਬਾਣੀ ਦਾ, ਮੂਲ ਮੰਤਰ ਦਾ, ਵਾਹਿਗੁਰੂ ਮੰਤਰ ਦਾ, ਗੁਰ ਸ਼ਬਦ ਦਾ ਅਭਿਆਸ ਕਰਦੇ ਹੋ, ਤੁਹਾਡਾ ਤਪੋਬਲ ਹੈ, ਤੁਹਾਡੀ ਤਪੱਸਿਆ ਦਾ ਬਲ ਵੱਧ ਰਿਹਾ, ਤੁਹਾਡੀ ਤਪੱਸਿਆ ਦੀ ਸ਼ਕਤੀ ਤੁਹਾਨੂੰ ਪ੍ਰਾਪਤ ਹੋ ਰਹੀ ਹੈ। ਦੇਵਤਿਆਂ ਨੇ ਇੱਕੋ ਗੱਲ ਕਹੀ ਸੀ ਕਿ ਔਰੰਗਜ਼ੇਬ ਦੇ ਪਿਛਲੇ ਜਨਮਾਂ ਦਾ ਇੰਨਾ ਤਪੋਬਲ ਹੈ, ਇੰਨਾ ਤਪੋਬਲ ਹੈ, ਇੰਨੀ ਸ਼ਕਤੀ ਹੈ, ਕੋਈ ਉਹਨੇ ਇਹੋ ਜਿਹਾ ਤਪ ਕੀਤਾ ਹੋਇਆ ਕਿ ਸਾਡਾ ਉੱਥੇ ਵਸ ਨਹੀਂ ਚੱਲਦਾ। ਜੇ ਤੁਸੀਂ ਆਪਣਾ ਧਰਮ ਬਚਾਉਣਾ ਚਾਹੁੰਦੇ ਹੋ ਤਾਂ 9ਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਚਰਨਾਂ ਵਿੱਚ ਜਾਓ। ਔਰ ਇੱਕ ਸਤਿਗੁਰੂ ਦੀ, ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮੈਂ ਸ਼ਹੀਦੀ ਦੀ ਗੱਲ ਕਰ ਰਿਹਾ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਹੋਈ ਔਰ ਜ਼ੁਲਮ ਰਾਜ ਦੀਆਂ ਜੜ੍ਹਾਂ ਸਤਿਗੁਰੂ ਨੇ ਪੁੱਟ ਦਿੱਤੀਆਂ। ਜ਼ੁਲਮ ਰਾਜ ਦੀਆਂ ਜੜ੍ਹਾਂ, ਸ਼ਹੀਦੀ ਵਿੱਚ ਐਡੀ ਵੱਡੀ ਸ਼ਕਤੀ ਹੈ, ਐਡਾ ਵੱਡਾ ਬਲ ਹੈ, ਐਡੀ ਵੱਡੀ ਬਰਕਤ ਹੈ ਸ਼ਹੀਦੀ ਦੇ ਵਿੱਚ। ਗੁਰਦੁਆਰਾ ਸੀਸਗੰਜ ਸਾਹਿਬ, ਹਿੰਦੂ ਧਰਮ ਦੇ ਅਨੁਯਾਈ ਲੋਕ ਅੱਜ ਭਾਵੇਂ ਗੁਰੂ ਸਾਹਿਬ ਤੋਂ ਬੇਮੁਖ ਹੋ ਜਾਣ, ਲੱਖ ਵੇਰੀ ਹੋ ਜਾਣ, ਪਰ ਉਹਨਾਂ ਦੇ ਦੇਵੀ ਦੇਵਤੇ ਸੀਸਗੰਜ ਸਾਹਿਬ ਅੱਠੇ ਪੈਰ ਹੱਥ ਜੋੜ ਕੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸ਼ੁਕਰਾਨਾ ਕਰਦੇ ਆ ਕਿ ਇਹ ਸੱਚੇ ਪਾਤਸ਼ਾਹ, ਇਸ ਧਰਤੀ ਤੇ ਜੇ ਪੂਜਾ ਬਚੀ, ਜੇ ਸਾਡੀ ਹੋਂਦ ਬਚੀ, ਸਾਡਾ ਸਨਮਾਨ ਬਚਿਆ, ਸਾਡੇ ਸਿਵ ਦੁਆਰੇ ਔਰ ਜਿੰਨੇ ਵੀ ਸਾਡੇ ਧਾਰਮਿਕ ਸਥਾਨ ਬਚੇ, ਉਹ ਤੁਹਾਡੇ ਪਰਉਪਕਾਰ ਕਰਕੇ ਸਾਡੀ ਹੋਂਦ ਬਚੀ ਹੈ। ਇੱਕ ਵਾਰੀ ਮੈਨੂੰ ਬਿਹਾਰ ਦੇ ਵਿੱਚ ਕਿਸੇ ਹਿੰਦੂ ਪ੍ਰਾਣੀ ਦੇ ਘਰ ਵਿੱਚ ਜਾਣ ਦਾ ਸਮਾਂ ਮਿਲਿਆ। ਉਹਨੇ ਆਪਣੇ ਘਰ ਵਿੱਚ ਆਪਣੇ ਦੇਵਤਿਆਂ ਦੀ ਮੂਰਤੀਆਂ ਦੇ ਨਾਲ ਉੱਚੀ ਥਾਂ ਤੇ ਧੰਨ ਗੁਰੂ ਗੋਬਿੰਦ ਸਿੰਘ ਜੀ ਦੀ ਤਸਵੀਰ ਰੱਖੀ ਹੋਈ ਸੀ। ਮੈਂ ਉਹਨੂੰ ਪੁੱਛਿਆ
कि ये तस्वीर क्यों लाई है, क्यों रखी है। कहन लगा जी साडी बिहार की धरती दे धन गुरु गोबिंद सिंह साहब जी स्थान देवता हैं, जे इन्हां दी पूजा असीं कदे नहीं करांगे तो सानू साडे देवतियां दा आशीर्वाद नहीं मिलता। हिंदू धर्म दे लोग जे धन गुरु तेग बहादुर साहब जी की पूजा करन, धन गुरु ग्रंथ धन गुरु तेग बहादुर साहब जी के चरनां नाल जुड़ जाण तां सारे हिंदुस्तान दे विचों जेड़ी गरीबी है ना, कंगाली है, वो सदा लई मुक सकती है। ये बचन मैं नहीं कह रहा, धन गुरु गोबिंद सिंह साहब जी के बचन है। तेग बहादुर सिमरिया घर नौ निध आवे धाए, सब थाई होए सहाय। जिस घर विच गुरु तेग बहादुर साहब जी की कृपा बरत जाती है, उत्थे 9 निधियां 18 सिद्धियां दौड़ दौड़ के आ जांदियां, अपना डेरा ला लैंदियां। ये लोग जे गुरु तेग बहादुर साहब जी की पूजा करन तां ही इन्हां नूं इन्हां दे देवी देवतियां दा आशीर्वाद मिलेगा, वरना कदे नहीं मिलेगा। क्योंकि धन गुरु तेग बहादुर साहब जी की शहीदी ने, भाव शहीदी विच इन्नी शक्ति है कि जिथे देवतियां दी भी बाहां खड़ियां हो गईयां, जिथे देवतियां दियां शक्तियां भी बेबस हो गईयां, उत्थे शहीदी दी शक्ति ने साध संगत जी सारा जुल्म का नाश कर दिता, इस धरती दे तो पाप का नाश कर दिता। इस करके शहीदां दी बरकत बहुत वड्डी है, महान तो महान है। जिथे आसुरी अते दैवी शक्तियां दा काम करना रुक जांदा, उत्थे फिर शहीद फौजां जाके उन्हां कारजां नूं फतेह करदियां। बहुत हिंदू वीर धन बाबा दीप सिंह जी नूं मनदे आ, वो कहंदे सानू मिलदा ही इत्थों है सारा कुछ। इस करके शहीदां दी बहुत वड्डी बरकत है, शहीदां दी बहुत वड्डी शक्ति है। आपां अपने शहीदां नूं कदे भुलना नहीं, कदे विसारना नहीं। जे असीं भुल गए उन्हां दीयां यादां ना मनाईयां तां मत सोचो कि सुख अते चैन नाल अपनी जिंदगी बसर कर सकांगे। असी अपनी होंद अपने आप ही गवा बैठांगे। पाए कुहाड़ा मारिया गाफल अपना हाथ, अपने पैरों उत्ते आप ही कुहाड़ा मारना, भाव अपना नुकसान आप ही कर लेना। इस तो बड़ी मूर्खता होर की हो सकती है। शहीदां दी याद सानू मनाउणी, शहीदां दी याद विच सेवा करनी, इहदे नाल साडे उत्ते महान रहमत और बख्शिशां प्राप्त सतगुरां दी कृपा नाल होणगियां। इस करके अपनी कौम नूं जे किसे शक्ति ने बलवान बनाया, वो शहीदां दी कृपा नाल ही असी शक्तिशाली होए अज तक। जे खालसे ने केसरी निशान दुनिया विच चलाए है तां शहीदां दी कृपा दे नाल। जून 84 दे शहीदां दी ये महान कृपा हुई कि समुची दुनिया विच सिख कौम दा, सिख पंथ दा तपोबल वधिया और दुनिया दे कोने कोने विच सिख वड्डियां वड्डियां पदवियां दे, राजसी पदवियां दे और सन्मानयोग पदवियां दे वारस बने और दुनिया भर विच सिख अज राजियां दी तरह अपना जीवन बसर कर रहे हैं। वो सारी शहीदां दी कृपा है, दसां पातशाहियां दी असीस और शहीदां दी सहायता ये हमेशा लई तुहाडे अंग संग हो के वरतदी है। इस करके भाई आपां इन्हां शहीदां नूं कदे भुलना नहीं, कदे विसारना नहीं और शहीदां दी सदा याद अपने दिल विच वसा के रखनी है। सेवा करनी है, समागम करने हैं, सतसंगत करनी है और सतगुरु जी दे चरनां विच अरदास करनी है कि सच्चे पातशाह सानू किरपा करो, मेहर करो, बख्शिश करो, तुहाडे पाए हुए पूरनियां ते असी चलीए, तुहाडे पाए पूरनियां ते शहीद चले है। कलगीधर जी दा बचन है, जे सिख ने मेरी खुशी प्राप्त करनी है तो शहीदां दी सेवा करे। ये सतगुरु जी दे बचन हैं।
इस करके कलगियां वाले की खुशी प्राप्त करनी है तो शहीदां की सेवा करो। शहीदां की याद हर घर विच मनाउणी चाहिदी है, सानू हर हिरदे विच मनाउणी चाहिदी है। मैं तो एको बेनती करदा, तुसी पूरा घल्लूघारे दा हफ्ता कुछ नहीं कर सकते। तुसी 6 जून नूं सवेरे उठ के इशनान करके अपने हिरदे विच 5 मिनट जां 5 वेरी वाहिगुरू शब्द का जाप करके शहीदां नूं समर्पित कर दिओ, तां तुहाडे नेड़े कदे जम नहीं आएगा, तुहाडे नेड़े कदे कोई दुख नहीं आएगा। सो इस करके साध संगत जी ऐसे अपने शहीदां दी आपां याद ताज़ा कर रहे हाँ। समा नहीं बहुत अगे जाण दी आग्या दे रहा है। अज 3 जून है। अज दे दिन की घटना वापरी है संखेप जी तुहानूं बेनती करदिआं। महापुरखां दे नन प्यारे, महापुरखां दी सज्जी बांह, महापुरख संत ज्ञानी करतार सिंह जी खालसा पिंडरां वालियां दे वड्डे सपुत्र अमर शहीद भाई साहब भाई अमरीक सिंह जी अज अपने परिवार नूं अपने कोल बुलाउंदे है। घेरा चारे पासे पिया और कदम कदम ते सिंघां दीयां शहीदियां हो रहीआं हन। गोलियां चल रहीआं, तोपां दे टैंकां दे गोले सिंघां दे मोर्चिਆਂ विच आके दड़ दड़ करके डिगदे है और सारे पासे सिंघां दीयां एक एक करके शहीदियां दी कतार लगी हुई है। धन भाई अमरीक सिंह जी ने अपना परिवार बुलाया, बुला के कहन लगे कि थोड़े समय दे विच करफ्यू विच ढिल मिलनी है, तुसीं इत्थों रुखसत हो जाओ, चले जाओ। ते उन्हां दे ਸਿੰਘਣੀ बहुत सन्मानयोग बीबी हरमीत कौर जी कहन लगे असीं क्यों जाइए? कहन लगे नहीं तुसीं चले जाओ इत्थों। वो कहन लगे तुसीं नहीं साडे नाल जाना? भाई साहब कहन लगे कदाचित नहीं। जेड़े दिन दी उडीक विच इन्ने साल लंघ गए, 82 तो मोर्चा लगा ना, कहंदे जेड़े दिन दी उडीक विच इन्ना समा लंघ गया, अज वो समा धन गुरु रामदास जी ने सानू बख्शिश किया। मैं एक एक श्वास तो अरदास करदा सी कि सच्चे पातशाह तेरे चरना विच एक दिन वो समा आ जाए जब आपकी औध निदान बने अत ही रन में तब जूझ मरो। मैं धन गुरु हरगोबिंद साहब धन गुरु रामदास जी के चरना विच शहीदी पावां और अपने आप को धन भाग समझा। देखो साध संग जी, इन्हां शहीदां दा जीरा, इन्हां गुरमुख रूहां दे अंदर शहीद होण दा किन्ना चाह है। दुनिया मौत तो डरदी है, शहीदियां देण लई काले है। भाई साहब कहन लगे मैं शहीदी लई तैयार होया बैठा हाँ, मैं इत्थों कदाचित नहीं जावांगा, मैं इत्थे शहीदी देवांगा अपने सतगुरु दे चरनां विच। सो साध संगत जी, ऐसा दृढ़ संकल्प ऐसा फैसला लैके धन भाई अमरीक सिंह जी ने 6 जून नूं महापुरखों दे नाल श्री अकाल तख्त साहब जी दे सन्मुख अपनी शहीदी दिती। और इत्थे बस नहीं, अमर शहीद धन बाबा ठाहरा सिंह जी की शहादत, जरनल सरदार सुबेग सिंह जी की शहादत, ये बहुत वड्डियां शहीदियां इस इतिहास दियां। और भाई दलवीर सिंह जी की शहादत, जिन्होंने 1.25 लाख श्री जपजी साहब जी का पाठ किया। महापुरखों के वड्डे भराता भाई जगीर सिंह जी और उन्होंने वड्डे सपुत्र भाई स्वर्ण सिंह जी और भाई वीर सिंह जी के सपुत्र महापुरखों के वड्डे भराता वो भी सन भाई वीर सिंह जी और उन्होंने सपुत्र भाई हरदीप सिंह जी और इसे तरह भाई राम सिंह जी सुल्तानपुरी और इसे तरह भाई काबल सिंह जी। किन्ने क सिंघां दी गिनती करा। ये तुहाडी संस्था दमदमी टकसाल ये जथा कौम दी खातर 3 वेरी शहीद होया। एडी वड्डी कुर्बानी सिख पंथ दे अंदर किसे जथेबंदी दी नहीं है, जिड्डी वड्डी कुर्बानी दमदमी टकसाल दी है।
ਇੱਕ ਵੇਰੀ ਦਮਦਮੀ ਟਕਸਾਲ ਸ਼ਹੀਦ ਹੋਈ ਧੰਨ ਬਾਬਾ ਦੀਪ ਸਿੰਘ ਜੀ ਦੇ ਸਮੇਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀਆਂ ਪ੍ਰਕਰਮਾਂ ਵਿੱਚ ਜਿਹੜੇ ਸਿੰਘ ਟਕਸਾਲ ਨਾਲ ਜੁੜੇ ਹੈ, ਜਥੇ ਵਿੱਚ ਰਹਿੰਦੇ ਹੈ ਜਾਂ ਸੰਬੰਧਿਤ ਹੈ, ਤੁਹਾਨੂੰ ਭਾਈ ਗੌਰਵ ਨਾਲ ਹਮੇਸ਼ਾ ਸਿਰ ਉੱਚਾ ਕਰਕੇ ਤੁਰਨਾ ਚਾਹੀਦਾ ਕਿ ਕਲੰਗੀਆਂ ਵਾਲੇ ਦੀ ਟਕਸਾਲ ਦੀ ਕਿੱਡੀ ਵੱਡੀ ਕੁਰਬਾਨੀ ਹੈ। ਇੱਕ ਵੇਰੀ ਟਕਸਾਲ ਸ਼ਹੀਦ ਹੋਈ ਸ੍ਰੀ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾਂ ਵਿੱਚ ਧੰਨ ਬਾਬਾ ਦੀਪ ਸਿੰਘ ਜੀ ਦੇ ਸਮੇਂ। ਉਹਨਾਂ ਦੇ ਨਾਲ ਦੇ ਸਾਰੇ ਸਿੰਘ ਉਹਨਾਂ ਦੇ ਜਥੇ ਦੇ ਸ਼ਹੀਦ ਹੋਏ, ਥੋੜੇ ਜਿਹੇ ਸਿੰਘ ਬਚੇ। ਦੂਜੀ ਵਾਰੀ ਅਮਰ ਸ਼ਹੀਦ ਬਾਬਾ ਗੁਰਬਖਸ਼ ਸਿੰਘ ਜੀ ਨਾਲ ਕੇਵਲ 30 ਸਿੰਘ ਸਨ ਜਥੇ ਵਿੱਚ ਉਹਨਾਂ ਦੇ, 30 ਸਿੰਘ। ਔਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਆ ਕੇ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅਕਾਲ ਤਖਤ ਸਾਹਿਬ ਦੀ ਆਨ ਸ਼ਾਨ ਸਮੇਤ ਪੂਰੇ ਦਾ ਪੂਰਾ ਉਹਨਾਂ ਦਾ ਜਥਾ, ਔਰ ਉਹ ਆਪ ਦੂਜੀ ਵਾਰੀ ਦਮਦਮੀ ਟਕਸਾਲ ਦਾ ਦੂਸਰਾ ਮੁਖੀ ਆਪਣੇ ਨਾਲ ਦੇ ਜਥੇ ਦੇ ਸਿੰਘਾਂ ਸਮੇਤ ਉੱਥੇ ਹੀ ਸ਼ਹੀਦ ਹੋਇਆ। ਤੀਜੀ ਵਾਰੀ ਦਮਦਮੀ ਟਕਸਾਲ ਮਹਾਂਪੁਰਖ ਅਮਰ ਸ਼ਹੀਦ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਦੇ ਵੇਲੇ ਜੂਨ 84 ਵਿੱਚ ਸ੍ਰੀ ਹਰਿਮੰਦਰ ਸਾਹਿਬ ਸ਼ਹੀਦ ਹੋਈ ਹੈ। ਖਾਲਸਾ ਜੀ ਇਸ ਸੰਸਥਾ ਬਾਰੇ ਗੱਲਾਂ ਕਰਨੀਆਂ ਬੜੀਆਂ ਸੌਖੀਆਂ, ਗੱਲਾਂ ਕਰਨ ਵਾਲੇ ਕਰ ਲੈਂਦੇ ਆ। ਇਹ ਸੰਸਥਾ ਦੀ ਹੋਂਦ ਨੂੰ ਦੁਨੀਆ ਦੀ ਸ਼ਕਤੀ ਨਹੀਂ ਕੋਈ ਮਿਟਾ ਸਕੇ। ਇਸ ਸੰਸਥਾ ਦੇ ਉੱਤੇ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੱਥ ਹੈ। ਧੰਨ ਬਾਬਾ ਦੀਪ ਸਿੰਘ ਜੀ, ਧੰਨ ਬਾਬਾ ਗੁਰਬਖਸ਼ ਸਿੰਘ ਜੀ, ਧੰਨ ਬਾਬਾ ਜਰਨੈਲ ਸਿੰਘ ਜੀ ਖਾਲਸਾ, ਇਹਨਾਂ ਸ਼ਹੀਦ ਮੁਖੀਆਂ ਦਾ ਇਸ ਸੰਸਥਾ ਦੇ ਸ਼ਹੀਦਾਂ ਦਾ ਅੱਠੇ ਪੈਰ ਹੱਥ ਹੈ। ਔਰ ਸਾਧ ਸੰਗਤ ਜੀ ਇੱਥੇ ਬਸ ਨਹੀਂ, ਇਹ ਸੰਸਥਾ ਨੇ ਜਿੱਥੇ ਕੌਮ ਲਈ ਕੁਰਬਾਨੀਆਂ ਦਿੱਤੀਆਂ, ਉੱਥੇ ਹਮੇਸ਼ਾ ਹੀ ਕੌਮ ਲਈ ਆਪਣਾ ਆਪ ਸਮਰਪਿਤ ਕਰਕੇ ਰੱਖਿਆ। ਕਈ ਲੋਕ ਗੱਲਾਂ ਕਰ ਦਿੰਦੇ ਆ ਇਹ ਸੰਸਥਾ ਫਲਾਨਿਆਂ ਤੋਂ ਚੱਲੀ, ਧਮਕੜਿਆਂ ਤੋਂ ਚੱਲੀ। ਭਾਈ ਇਹ ਸੰਸਥਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਤੋਂ ਚੱਲੀ ਆ, ਔਰ ਉਹਨਾਂ ਨੇ ਆਪ ਸਥਾਪਿਤ ਕੀਤੀ ਹੈ, ਕਿਸੇ ਵਿਅਕਤੀ ਨਾਲ ਜੁੜੀ ਸੰਸਥਾ ਨਹੀਂ। ਇਸ ਕਰਕੇ ਜਿੱਡੀ ਵੱਡੀ ਦਮਦਮੀ ਟਕਸਾਲ ਦੀ ਕੁਰਬਾਨੀ ਹੈ, ਪੰਥ ਨੂੰ ਦੇਣ ਹੈ, ਪੰਥ ਲਈ ਸੇਵਾ ਕੀਤੀ, ਪਰਉਪਕਾਰ ਕੀਤਾ, ਆਪਣੀਆਂ ਜਾਨਾਂ ਵਾਰੀਆਂ, ਛਾਤੀਆਂ ਢਾਹ ਕੇ ਇਹ ਜਥੇਬੰਦੀ ਲੜੀ ਹੈ। ਐਡੀ ਵੱਡੀ ਕੁਰਬਾਨੀ ਸਿੱਖ ਪੰਥ ਵਿੱਚ ਕਿਸੇ ਵੀ ਜਥੇਬੰਦੀ ਦੀ ਨਹੀਂ ਹੈ ਜਿੱਡੀ ਵੱਡੀ ਦਮਦਮੀ ਟਕਸਾਲ ਦੀ ਕੁਰਬਾਨੀ ਹੈ। ਸੇਵਾ ਹੈ, ਪਰਉਪਕਾਰ ਹੈ ਕੌਮ ਲਈ, ਔਰ ਪੰਥ ਨੂੰ ਹਮੇਸ਼ਾ ਇਹ ਜਥੇਬੰਦੀ ਸਮਰਪਿਤ ਰਹੀ ਹੈ, ਸਤਿਗੁਰਾਂ ਤੋਂ ਲੈ ਕੇ ਅੱਜ ਤੱਕ, ਔਰ ਅੱਗੇ ਵੀ ਪੰਥ ਨੂੰ ਸਮਰਪਿਤ ਰਹੇਗੀ। ਸੋ ਭਾਈ ਇਸ ਕਰਕੇ ਤਾਂ ਮੈਂ ਇਹ ਬੇਨਤੀ ਕੀਤੀ ਹੈ, ਦਮਦਮੀ ਟਕਸਾਲ ਨੇ ਸਮਾਂ ਆਉਣ ਤੇ ਕੌਮ ਦੀ ਖਾਤਰ ਬਹੁਤ ਵੱਡੀਆਂ ਸ਼ਹਾਦਤਾਂ ਦਿੱਤੀਆਂ, ਕੁਰਬਾਨੀਆਂ ਦਿੱਤੀਆਂ। ਬਹੁਤ ਵੱਡੀ ਇਸ ਸੰਸਥਾ ਨੇ ਨਿਸਕਾਮ ਰਹਿ ਕੇ, ਪੰਥ ਦੇ ਪਿੱਛੇ ਰਹਿ ਕੇ ਕੌਮ ਦੀਆਂ ਸੇਵਾਵਾਂ ਕੀਤੀਆਂ। ਲੱਖਾਂ ਪ੍ਰਾਣੀਆਂ ਨੂੰ ਅੰਮ੍ਰਿਤ ਛਕਾਏ, ਗੁਰਧਾਮਾਂ ਦੀ ਸੇਵਾ ਕਰਵਾਈ, ਵਿਦਵਾਨ ਕਥਾਵਾਚਕ ਪ੍ਰਚਾਰਕ ਉੱਚ ਕੋਟੀ ਦੇ ਇਸ ਜਥੇਬੰਦੀ ਨੇ ਪੈਦਾ ਕੀਤੇ, ਅੱਜ ਵੀ ਪੈਦਾ ਕਰ ਰਹੀ ਹੈ। ਸੋ ਮਹਾਨ ਸੇਵਾਵਾਂ ਸਤਿਗੁਰੂ ਜੀ ਆਪ ਲੈ ਰਹੇ ਹੈ। ਸੋ ਆਓ ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦਾ ਇਹ ਪਰਮ ਪਵਿੱਤਰ ਇਤਿਹਾਸ, ਮਨ ਦੀਆਂ ਬਿਰਤੀਆਂ ਨੂੰ ਇਕਾਗਰ ਕਰੋ। ਕਿੱਥੇ ਕਥਾ ਚੱਲ ਰਹੀ ਹੈ? ਕੱਲ ਭਾਈ ਮੁਰਾਰੀ, ਭਾਈ ਨਾਨੋ ਲਟਕਣ, ਭਾਈ ਕਲਿਆਣਾ, ਭਾਈ ਆਲਮ ਚੰਦ, ਭਾਈ ਸਹਿਸਾਰਾ, ਇਹ ਸਿੱਖ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਨ ਸ੍ਰੀ ਅੰਮ੍ਰਿਤਸਰ ਸਾਹਿਬ ਆਏ ਹੈ। ਔਰ ਇਹਨਾਂ ਸਿੱਖਾਂ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਕਿਰਪਾ ਕਰੋ ਮਹਾਰਾਜ ਕਿ ਜਿਹੜਾ ਗੁਰ ਸ਼ਬਦ ਦਾ ਅਭਿਆਸ ਹੈ ਨਾ, ਇਹ ਸਾਡੇ ਮਨ ਵਿੱਚ ਨਹੀਂ ਵਸਦਾ। ਔਰ ਜਦੋਂ ਅਸੀਂ ਬਾਣੀ ਦਾ, ਗੁਰ ਸ਼ਬਦ ਦਾ ਅਭਿਆਸ ਕਰਦੇ ਹਾਂ, ਜਾਪ ਕਰਦੇ ਹਾਂ, ਉਦੋਂ ਮਨ ਝੁਕ ਜਾਂਦਾ ਬਾਣੀ ਵੱਲ ਨੂੰ, ਤੁਹਾਡੇ ਸਿਧਾਂਤਾਂ ਵੱਲ ਨੂੰ, ਤੁਹਾਡੇ ਬਚਨਾਂ ਵੱਲ ਨੂੰ। ਪਰ ਜਦੋਂ ਵਿਹਾਰਾਂ ਵਿੱਚ ਜਾ ਕੇ ਲੱਗ ਜਾਈਦਾ, ਦੁਨੀਆ ਦੇ ਕੰਮਾਂ ਧੰਦਿਆਂ ਵਿੱਚ, ਤਾਂ ਉਹ ਅਭਿਆਸ ਸਾਨੂੰ ਭੁੱਲ ਜਾਂਦਾ। ਉਹ ਸਾਡੀ ਬਿਰਤੀ ਦੀ ਇਕਾਗਰਤਾ ਜਿਹੜੀ ਹੈ
ਉਹ ਸਾਡੇ ਕੋਲੋਂ ਚਲੀ ਜਾਂਦੀ ਹੈ, ਉਹ ਰਸ ਉਹ ਆਨੰਦ ਸਾਡੇ ਕੋਲੋਂ ਗੁਪਤ ਹੋ ਜਾਂਦਾ ਹੈ। ਆਪ ਕਿਰਪਾ ਕਰੋ ਮਹਾਰਾਜ, ਸਾਨੂੰ ਕੋਈ ਐਸਾ ਉਪਦੇਸ਼ ਦਿਓ ਜਿਸ ਨਾਲ ਉਹ ਆਨੰਦ ਸਦੀਵ ਕਾਲ ਸਾਡੇ ਹਿਰਦੇ ਵਿੱਚ ਬਣਿਆ ਰਹੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਹਨਾਂ ਗੁਰਸਿੱਖਾਂ ਨੂੰ ਕੀ ਉਪਦੇਸ਼ ਦਿੱਤਾ, ਆਓ ਮਨ ਬਿਰਤੀ ਨੂੰ ਇਕਾਗਰ ਕਰਕੇ ਸਰਵਣ ਕਰੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਅਨਕ ਜਨਮ ਦੁਰਮਤ ਵਿਵਹਾਰਾ। ਮਹਾਰਾਜ ਕਹਿੰਦੇ ਭਾਈ ਤੁਹਾਡੇ ਜਨਮਾਂ ਦੇ ਅਨੇਕਾਂ ਜਨਮ ਤੁਸੀਂ ਪਿਛਲੇ ਜਨਮਾਂ ਵਿੱਚ ਲਏ ਹੈ। ਜਿਹੜਾ ਪਹਿਲੀ ਵਾਰ ਪਸ਼ੂ ਸ਼੍ਰੇਣੀ ਵਿੱਚੋਂ ਜਨਮ ਲੈਂਦਾ ਨਾ ਬੰਦਾ, ਉਹਦੀ ਇੱਕ ਨਿਸ਼ਾਨੀ ਹੁੰਦੀ ਆ, ਉਹਦੇ ਪਸ਼ੂਆਂ ਵਰਗੇ ਕਰਤੱਵ ਬਹੁਤ ਹੋਣਗੇ। ਪਸ਼ੂਆਂ ਵਾਂਗੂ ਹੀ ਸੌਂਗਾ, ਪਸ਼ੂਆਂ ਵਰਗਾ ਹੀ ਸੁਭਾਅ ਹੁੰਦਾ, ਪਸ਼ੂਆਂ ਵਾਂਗੂ ਖਾਂਦਾ ਪੀਂਦਾ, ਔਰ ਹੌਲੀ ਹੌਲੀ ਉਹ ਸਤ ਸੰਗਤ ਵਿੱਚ ਆਉਣ ਲੱਗ ਜਾਏ, ਫਿਰ ਉਹਦਾ ਜੀਵਨ ਕਿਤੇ ਬਦਲੇਗਾ। ਜਿਨ੍ਹਾਂ ਦੇ ਪਿਛਲੇ ਜਨਮਾਂ ਦੇ ਵਿੱਚ ਕੁਝ ਨਾ ਕੁਝ ਜਿਨ੍ਹਾਂ ਨੇ ਅੱਗੇ ਤੋਂ ਅੱਗੇ ਪ੍ਰਗਤੀ ਕੀਤੀ ਹੈ, ਭਾਵ ਅੱਗੇ ਤੋਂ ਅੱਗੇ ਹੋਰ ਜੀਵਨ ਜਿਹੜਾ ਹੈ ਚੰਗੇ ਤੋਂ ਚੰਗਾ ਬਣਦਾ ਗਿਆ, ਉਹਨਾਂ ਦੇ ਜੀਵਨ ਵਿੱਚ ਸਾਧ ਸੰਗਤ ਦੀ ਇੱਕ ਵੱਖਰਾ ਹੀ ਪ੍ਰਭਾਵ ਹੁੰਦਾ। ਉਹ ਸੇਵਾ ਵਿੱਚ ਵੀ ਤੁਰੰਤ ਲੱਗਣਗੇ, ਬਾਣੀ 'ਚ ਵੀ ਲੱਗਣਗੇ, ਪਰਉਪਕਾਰ ਲਈ ਵੀ ਲੱਗਣਗੇ, ਸਿਮਰਨ ਵਿੱਚ ਵੀ ਜੁੜਨਗੇ, ਜਿਨ੍ਹਾਂ ਤੇ ਪਿਛਲੀ ਘਾਲਣਾ ਦਾ ਅਸਰ ਹੋਵੇ, ਪਿਛਲੀ ਕਮਾਈ ਦਾ। ਇਸ ਕਰਕੇ ਮਹਾਰਾਜ ਕਹਿੰਦੇ ਵੀ ਅਨੇਕਾਂ ਜਨਮਾਂ ਵਿੱਚ ਤੁਸੀਂ ਦੁਰਮਤ ਦਾ ਵਿਹਾਰ ਕੀਤਾ, ਮਨਮਤ ਦਾ ਵਿਹਾਰ ਕੀਤਾ, ਅਨੇਕਾਂ ਜਨਮਾਂ ਦੇ ਵਿੱਚ ਪਾਪ ਕਮਾਉਂਦੇ ਆਏ ਹੋ। ਸੋ ਅਭਿਆਸ ਬਲੀ ਔਰ ਧਾਰਾ। ਉਹ ਸੰਸਕਾਰ, ਉਹ ਸੰਕਲਪ ਬਲੀ ਪੂਰਵਕ, ਬਲ ਪੂਰਵਕ ਤੁਹਾਡੇ ਹਿਰਦੇ ਵਿੱਚ ਉਹਨਾਂ ਨੇ ਆਪਣਾ ਥਾਂ ਬਣਾਇਆ ਹੋਇਆ, ਅੰਦਰੋਂ ਨਿਕਲਦੇ ਨਹੀਂ। ਗੁਰਮੁਖ ਕਹਿੰਦਾ ਜੀ ਬਾਣੀ ਪੜ੍ਹੀ ਦੀ ਹੈ ਪਰ ਮਨ ਵਿੱਚੋਂ ਈਰਖਾ ਨਹੀਂ ਨਿਕਲਦੀ, ਬਾਣੀ ਪੜ੍ਹੀ ਦੀ ਹੈ ਮਨ ਵਿੱਚੋਂ ਲੋਭ ਨਹੀਂ ਜਾਂਦਾ, ਬਾਣੀ ਪੜ੍ਹੀ ਦੀ ਹੈ ਮਨ ਵਿੱਚੋਂ ਕ੍ਰੋਧ ਨਹੀਂ ਜਾਂਦਾ, ਬਾਣੀ ਪੜ੍ਹੀ ਦੀ ਹੈ ਹੰਕਾਰ ਹੀ ਨਹੀਂ ਜਾਂਦਾ। ਐਡੋ ਟੇਢੋ ਜਾਤ ਵਾਲੀ ਹਾਲਤ ਬਣੀ ਹੋਈ ਹੈ। ਬਾਣੀ ਪੜ੍ਹੀ ਦੀ ਹੈ ਮਨ ਵਿੱਚੋਂ ਮੋਹ ਨਹੀਂ ਜਾਂਦਾ, ਬਾਣੀ ਪੜ੍ਹੀ ਦੀ ਹੈ ਮਨ ਵਿੱਚੋਂ ਤ੍ਰਿਸ਼ਨਾ ਨਹੀਂ ਜਾਂਦੀ, ਬੜਾ ਦੁਖੀ ਕਰਦੀ ਹੈ। ਬਾਰ ਬਾਰ ਇਹਨਾਂ ਦਾ ਅਸਰ ਬੜਾ ਪ੍ਰਬਲ ਹੋ ਕੇ ਮਨ ਉੱਤੇ ਪੈਂਦਾ। ਮਹਾਰਾਜ ਕਹਿੰਦੇ ਬਈ ਉਹਨਾਂ ਨੇ ਬਲ ਪੂਰਵਕ ਆਪਣਾ ਅਸਰ ਪਾਇਆ ਹੋਇਆ ਹੈ, ਉਹ ਹਿਰਦੇ ਦੇ ਵਿੱਚ ਐਨ ਆਪਣਾ ਥਾਂ ਬਣਾ ਕੇ ਬੈਠੇ ਆ, ਉਹ ਹਿੱਲਦੇ ਨਹੀਂ ਉੱਥੋਂ, ਐਨ ਉਹਨਾਂ ਨੇ ਆਪਣਾ ਆਸਣ ਜਮਾ ਕੇ ਉੱਥੇ ਬੈਠੇ ਹੋਏ ਹਨ। ਗੁਰੂ ਸ਼ਬਦ ਮੈਂ ਅਬ ਅਭਿਆਸਾ। ਇਹ ਉਹਨਾਂ ਨੂੰ ਉੱਥੋਂ ਉਠਾਉਣਾ ਨਾ, ਉਖੇੜਨਾ, ਉਹਨਾਂ ਨੂੰ ਲਾਂਭੇ ਕਰਨਾ, ਪਾਸੇ ਕਰਨਾ, ਮਹਾਰਾਜ ਕਹਿੰਦੇ ਤਾਂ ਗੁਰ ਸ਼ਬਦ ਦਾ ਅਭਿਆਸ ਕਰਨਾ ਪਏਗਾ। ਕਰਤ ਕਰਤ ਅਭਿਆਸ ਤੇ ਕਰਤ ਕਰਤ ਅਭਿਆਸ ਤੇ ਦ੍ਰਿੜ ਮਤ ਹੋਤ ਸੁਜਾਨ। रसरी सिर पर आत है आबत चाबत परत निशान। कहते अभ्यास करदियां ही मुग्ध मती जेड़ा बंदा ना वो भी सियाणा बन जाता। मुग्ध मती सुजान, जे अभ्यास चंगा विद्या दा कर लो, गुणा दा कर लो, तो मूर्ख बंदा भी एक दिन विद्वान बन जाता। अभ्यास विच इन्नी शक्ति है। जिहड़ा मूर्ख बंदा भी है वो विद्या पढ़ के अभ्यास करे तो वह भी एक दिन विद्वान बन जाता। अभ्यास विच इन्नी शक्ति है, इन्ना बल है। इस करके जिवें कहंदे खूहां तो पानी कढ़दे सन लज्जां दे नाल रस्सियां नाल, ते हौली हौली वो पानी दे नाल जदों थल्लों डोल विच पानी कढ़दे सन तां मौन दे उत्ते उन्हां दे निशान पै जांदे सन। कहंदे अभ्यास नाल पत्थर दे विच भी निशान पै गया। इस करके अभ्यास दा इन्ना वड्डा साध संगत जी फल है। कहंदे भाई गुर शब्द दा अभ्यास की हुंदा? बार बार जपना, बार बार सिमरन करना। महाराज कहंदे सतगुरु जी
ਗੁਰਬਾਣੀ ਦੇ ਵਿੱਚ ਸਾਸ ਸਾਸ ਸਿਮਰੋ ਗੋਬਿੰਦ ਮਨ ਅੰਤਰ ਕੀ ਉਤਰੈ ਚਿੰਦ, ਵੀ ਬਾਰ-ਬਾਰ ਹਰ ਸਵਾਸ ਦੇ ਨਾਲ ਸਿਮਰਨ ਕਰ, ਜਾਪ ਕਰ, ਬਾਰ-ਬਾਰ ਕਰੀ ਚੱਲ। ਜਿੰਨਾ ਕਰੇਗਾ ਉਨਾ ਹੀ ਇੱਕ ਦਿਨ ਸਵਾਸਾਂ ਦਾ ਹਿੱਸਾ ਬਣ ਜਾਏਗਾ। ਫਿਰ ਕਰਨ ਦੀ ਲੋੜ ਨਹੀਂ ਪਏਗੀ, ਫਿਰ ਆਪਣੇ ਆਪ ਹੀ ਹੋਏਗਾ। ਆਪਣੇ ਆਪ ਹੀ ਸਵਾਸਾਂ ਵਿੱਚ ਨਾਮ ਵਸ ਜਾਂਦਾ ਹੈ। ਫਿਰ ਸੰਕਲਪ ਰੂਪ ਦੇ ਵਿੱਚ ਵੀ ਨਾਮ ਵਸ ਜਾਂਦਾ ਹੈ, ਸੁਰਤ ਦੇ ਵਿੱਚ ਵੀ ਨਾਮ ਵਸ ਜਾਂਦਾ ਹੈ। ਐਡੀ ਵੱਡੀ ਕਿਰਪਾ, ਐਡੀ ਵੱਡੀ ਕਿਰਪਾ, ਰੋਮ ਰੋਮ ਦੇ ਵਿੱਚ ਵੀ ਕਹਿੰਦੇ ਨਾਮ ਵਸ ਜਾਂਦਾ ਉਹਨਾਂ ਗੁਰਮੁਖਾਂ ਦੇ। ਗਿਆਨੀ ਕੁਲਵੰਤ ਸਿੰਘ ਜੀ ਨੇ ਬੜੀ ਸੁੰਦਰ ਗਾਥਾ ਸੁਣਾਈ। ਕਹਿੰਦੇ ਇੱਕ ਸਿੰਘ ਬੜਾ ਨਾਮ ਅਭਿਆਸੀ ਸੀ। ਉਹ ਮਨ ਵਿੱਚ ਸੰਕਲਪ ਲੈ ਕੇ ਸ੍ਰੀ ਅੰਮ੍ਰਿਤਸਰ ਸਾਹਿਬ ਗਿਆ ਕਿ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਜੀ ਬਾਰੇ ਸੁਣਿਆ, ਬੜੇ ਅਭਿਆਸੀ ਰਹੇ ਹੈ, ਨਾਮ ਜਪਣ ਵਾਲੇ, ਔਰ ਉਹਨਾਂ ਦੀ ਸੰਗਤ ਕਰਨੀ ਹੈ, ਉਹਨਾਂ ਤੋਂ ਕੁਝ ਬਚਨ ਸੁਣਨੇ ਆ। ਪਰ ਜਦੋਂ ਗਿਆ ਸਿੰਘਾਂ ਨੇ ਨੇੜੇ ਨਹੀਂ ਲੱਗਣ ਦਿੱਤਾ। ਬੜਾ ਉਦਾਸ ਹੋਇਆ, ਦਲਗੀਰ ਹੋਇਆ, ਪਾਸੇ ਖੜ ਕੇ ਖਲੋ ਗਿਆ। ਮਹਾਂਪੁਰਸ਼ ਦਰਬਾਰ ਸਾਹਿਬ ਤੋਂ ਦਰਸ਼ਨ ਕਰਕੇ ਸ੍ਰੀ ਗੁਰੂ ਨਾਨਕ ਨਿਵਾਸ ਵੱਲ ਨੂੰ ਤੁਰੇ ਜਾ ਰਹੇ ਸਨ। ਅਚਾਨਕ ਆਪਣੇ ਕਦਮ ਰੋਕ ਕੇ ਉਹ ਸਿੰਘ ਵੱਲ ਦੇਖਿਆ ਤੇ ਉਹਦੇ ਕੋਲੇ ਆਪ ਹੀ ਚਲੇ ਗਏ। ਦੇਖੋ ਐਸੀ ਉਹਨਾਂ ਦੀ ਦਿਵ ਦ੍ਰਿਸ਼ਟੀ। ਉਹਨੂੰ ਗਲਵਕੜੀ ਵਿੱਚ ਲੈ ਕੇ ਮਹਾਂਪੁਰਖਾਂ ਨੇ ਆਪਣੀ ਛਾਤੀ ਨਾਲ ਲਾਇਆ, ਔਰ ਉਹ ਸਿੰਘ ਅਚਰਜ ਰਹਿ ਗਿਆ ਕਿ ਸੰਤਾਂ ਦੇ ਰੋਮ ਰੋਮ ਵਿੱਚੋਂ ਉਹਨੂੰ ਸੁਖਮਨੀ ਸਾਹਿਬ ਦਾ ਪਾਠ ਸੁਣ ਰਿਹਾ ਸੀ। ਆਖੋ ਭਾਈ ਵਾਹਿਗੁਰੂ, ਉਹਨਾਂ ਦੇ ਰੋਮ ਰੋਮ ਵਿੱਚੋਂ ਸੁਖਮਨੀ ਸਾਹਿਬ ਦਾ ਜਾਪ ਚੱਲ ਰਿਹਾ ਸੀ। ਗੁਰਮੁਖਾਂ ਦੇ ਮੂਲ ਮੰਤਰ ਵੀ, ਜਪਜੀ ਸਾਹਿਬ ਦੇ ਪਾਠ ਵੀ, ਜਿਨ੍ਹਾਂ ਦੀ ਬਹੁਤ ਅਤ ਅਭਿਆਸ, ਅਤ ਉੱਤਮ ਅਵਸਥਾ ਹੁੰਦੀ ਹੈ, ਉਹਨਾਂ ਉੱਤੇ ਮਹਾਨ ਰਹਿਮਤਾਂ ਸਤਿਗੁਰੂ ਜੀ ਦੀਆਂ ਹੋ ਜਾਂਦੀਆਂ ਹਨ। ਕਿਉਂਕਿ ਉਹਨਾਂ ਦੇ ਰੋਮ ਰੋਮ ਜਿੰਨੇ ਆ ਉਹ ਸਾਰੀਆਂ ਉਹਨਾਂ ਦੀਆਂ ਜ਼ੁਬਾਨਾਂ ਬਣ ਜਾਂਦੀਆਂ। ਜਿਹੜੇ ਰੋਮ ਹੈ ਨਾ, ਇਹ ਸਾਰੇ ਜ਼ੁਬਾਨ ਬਣ ਜਾਂਦੇ। ਰੋਮ ਵੀ ਜ਼ੁਬਾਨ ਬਣ ਕੇ ਪ੍ਰਭੂ ਦੇ ਨਾਮ ਨੂੰ ਉਚਾਰਦੇ ਹਨ। ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਇਹ ਜਿਹੜਾ ਗੁਰ ਸ਼ਬਦ ਦਾ ਅਭਿਆਸ ਹੈ, ਇਹ ਬਾਰ-ਬਾਰ ਕਰੋ। ਸਾਥ ਸਾਥ ਸਿਮਰੋ ਗੋਬਿੰਦ, ਬਾਰ-ਬਾਰ ਹਰ ਸਵਾਸ ਵਿੱਚ, ਹਰ ਸਵਾਸ ਵਿੱਚ ਸਿਮਰਨ ਕਰੋ, ਮੂਲ ਮੰਤਰ ਦਾ ਜਾਪ ਕਰੋ। ਐਸੇ ਗੁਰਸਿੱਖਾਂ ਦੀ ਮੈਂ ਹੈਰਾਨ ਰਹਿ ਜਾਣਾ ਅਵਸਥਾ ਸੁਣ ਕੇ ਕਈ ਵਾਰੀ, ਕਿ ਉਹਨਾਂ ਨੇ ਇੱਕ ਸਵਾਸ ਵਿੱਚ ਮੂਲ ਮੰਤਰ ਦਾ ਅਭਿਆਸ ਕਰ ਲਿਆ, ਇੱਕ ਇੱਕ ਸਵਾਸ ਵਿੱਚ। ਦੇਖੋ ਸੁਰਤ ਬੜੀ ਪੱਕੀ ਹੁੰਦੀ ਹੈ, ਸੁਰਤ ਦਾ ਅਭਿਆਸ। ਸੁਰਤੀ ਕਾ ਮਾਰਗ ਚੱਲ ਕਾ ਉਲਟੀ ਨਦਰ ਪ੍ਰਕਾਸ਼ੀ। ਉੱਦਾਂ ਕਰਨਾ ਬਹੁਤ ਕਠਿਨ ਹੈ, ਬਹੁਤ ਕਠਿਨ ਹੈ। ਪਰ ਜਦੋਂ ਸੁਰਤ ਵਿੱਚ ਅਭਿਆਸ ਪੱਕ ਜਾਂਦਾ, ਹੁਣ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖਾਂ ਬਾਰੇ ਸੁਣਿਆ ਕਿ ਉਹ 25 ਪਾਠ ਸੁਖਮਨੀ ਸਾਹਿਬ ਦੇ ਕਰਦੇ ਸਨ, ਨਿਤਨੇਮ ਰੋਜ਼ਾਨਾ। ਪਰ ਉਹ ਕਿਵੇਂ ਕਰਦੇ ਹੋਣਗੇ? 24 ਤਾਂ ਘੰਟੇ ਆ, ਘੰਟੇ ਵਿੱਚ ਸੁਖਮਨੀ ਸਾਹਿਬ ਦਾ ਪਾਠ ਹੁੰਦਾ। ਮਨਮਤੀ ਐਵੇਂ ਸ਼ੰਕਾ ਕਰੀ ਜਾਂਦੇ ਆ, ਕਿਉਂਕਿ ਉਸ ਮਾਰਗ ਤੇ ਨਹੀਂ ਚੱਲੇ। ਜਿਹੜਾ ਬੰਦਾ 5 ਕਿਲੋਮੀਟਰ ਨਹੀਂ ਤੁਰ ਸਕਦਾ, ਉਹ ਭਾਈ 10 ਕਿਲੋਮੀਟਰ ਤੁਰਨ ਵਾਲੇ ਤੇ ਸ਼ੰਕਾ ਤਾਂ ਕਰੇਗਾ ਨਾ ਵੀ ਇਹ ਕਿਵੇਂ ਤੁਰ ਗਿਆ। ਪਰ ਉਹ ਤੁਰ ਜਾਂਦਾ। 100-100 ਕਿਲੋਮੀਟਰ ਦਾ ਸਫ਼ਰ ਵੀ ਕਈ ਕਰ ਲੈਂਦੇ ਆ। ਉਹਨਾਂ ਦਾ ਅਭਿਆਸ ਹੈ, ਮਿਹਨਤ ਹੈ, ਮਸ਼ੱਕਤ ਹੈ। ਉਹ ਸੰਤ ਫਿਰ ਕਹਿੰਦੇ ਸੁਰਤ ਦੇ ਨਾਲ ਉਹ 25 ਪਾਠ ਕਰ ਦਿੰਦੇ ਸੀ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ 17.5 ਮਿੰਟਾਂ ਵਿੱਚ ਵੱਡੇ ਮਹਾਂਪੁਰਖਾਂ ਨੂੰ ਬੋਲ ਕੇ ਸੁਖਮਨੀ ਸਾਹਿਬ ਦਾ ਪਾਠ ਸੁਣਾ ਦਿੰਦੇ ਸੀ। ਇੰਨੀ ਉਹਨਾਂ ਤੇ ਕਿਰਪਾ ਸੀ, ਇੰਨੀ ਬਖਸ਼ਿਸ਼ ਸੀ, ਇੰਨੀ ਰਹਿਮਤ ਸੀ। ਬੜਾ ਕਠਿਨ ਹੈ। ਸੋ ਸਾਧ ਸੰਗਤ ਜੀ, ਇਹ ਕਿਰਪਾ ਕਿਵੇਂ ਹੁੰਦੀ ਹੈ? ਇਹਦਾ ਉੱਤਰ ਮੈਂ ਨਹੀਂ, ਗੁਰਬਾਣੀ ਦੇ ਰਹੀ ਹੈ। ਇੱਕ ਤੋਂ ਇੱਕ ਚੜ੍ਹੰਦੀਆ ਕੌਣ ਜਾਣੈ ਮੇਰਾ ਨਾਉ ਜੀਓ। ਇੱਕ ਤੋਂ ਉੱਤੇ, ਦੂਸਰੇ ਤੋਂ ਉੱਤੇ, ਚੜ੍ਹਦੀ ਤੋਂ ਚੜ੍ਹਦੀ ਅਵਸਥਾ ਵਾਲੇ ਗੁਰਮੁਖ ਹੁੰਦੇ ਆ। ਪਰ ਜਿਹੜਾ ਗੁਰਮੁਖ ਹੈ, ਆਪਣੀ ਅਵਸਥਾ ਕਿਸੇ ਨੂੰ ਜਣਾਉਂਦਾ ਨਹੀਂ, ਕਿਸੇ ਨੂੰ ਦਿਖਾਉਂਦਾ ਨਹੀਂ, ਕਿਸੇ ਨੂੰ ਦੱਸਦਾ ਨਹੀਂ। ਢੋਲ ਨਹੀਂ ਪਿੱਟਦਾ ਉਹ। ਕਈਆਂ ਦੀ ਹੁੰਦੀ ਨਹੀਂ, ਉਵੇਂ ਢੋਲ ਪਿੱਟੀ ਜਾਂਦੇ, ਮੈਨੂੰ ਆਹ ਹੋ ਗਿਆ, ਮੈਨੂੰ ਉਹ ਹੋ ਗਿਆ। ਹੁੰਦਾ ਉਹਨਾਂ ਨੂੰ ਕੱਖ ਵੀ ਨਹੀਂ ਹੈ। ਸੋ ਭਾਈ, ਇਸ ਕਰਕੇ ਮਹਾਰਾਜ ਕਹਿੰਦੇ ਭਾਈ, ਗੁਰ ਸ਼ਬਦ ਦਾ ਅਭਿਆਸ, ਬਾਰ-ਬਾਰ ਅਭਿਆਸ ਕੀ, ਬਾਰ-ਬਾਰ ਜਪੋ, ਬਾਰ-ਬਾਰ ਜਪੋ। ਭਇਓ ਅਲਪ ਹੀ ਨਹੀਂ ਪ੍ਰਕਾਸ਼ਾ। ਮਹਾਰਾਜ ਕਹਿੰਦੇ ਅਜੇ ਤਾਂ ਅਲਪ, ਅਜੇ ਤੁਸੀਂ ਥੋੜਾ ਹੀ ਅਭਿਆਸ ਕੀਤਾ।
ਅਜੇ ਤੁਹਾਡੇ ਅੰਦਰ ਨਾਮ ਦਾ ਪ੍ਰਕਾਸ਼ ਨਹੀਂ ਹੋਇਆ। ਪਉ ਫੁੱਟੀ ਪੀਅਰੀ ਭਈ। ਅਭਿਆਸ ਕਰਦਿਆਂ ਜਦੋਂ ਅਭਿਆਸੀ ਅੱਗੇ ਤੋਂ ਅੱਗੇ ਉਹਦਾ ਅਭਿਆਸ ਪਰਪੱਕ ਹੋ ਜਾਂਦਾ ਨਾ, ਕਹਿੰਦੇ ਉਹਦੇ ਹਿਰਦੇ ਵਿੱਚ ਜਦੋਂ ਜਿਵੇਂ ਪੈ ਫਟਦੀ ਹੈ, ਸੂਰਜ ਚੜ੍ਹਨ ਤੋਂ ਬਾਅਦ, ਰਾਤ ਮੁੱਕਣ ਤੋਂ ਬਾਅਦ ਜਿਹੜਾ ਉਸ ਸਮੇਂ ਰੌਸ਼ਨੀ ਹੁੰਦੀ ਹੈ ਨਾ, ਦਿਨ ਚੜ੍ਹਦਾ, ਉਹਨੂੰ ਪਉ ਫੁੱਟੀ ਕਹਿੰਦੇ ਆ। ਪਉ ਫੁੱਟੀ ਵਰਗਾ ਅੰਦਰ ਪ੍ਰਕਾਸ਼ ਹੋ ਜਾਣਾ। ਚਲੋ ਆਪਾਂ ਕਿਉਂ ਇਸ ਪਾਸੇ ਜਾਣਾ, ਰਹੋ ਵਿਚਾਰ। ਸੋ ਇਸ ਕਰਕੇ ਕਹਿੰਦੇ ਅਲਪ। ਮਹਾਰਾਜ ਕਹਿੰਦੇ ਅਜੇ ਤੁਹਾਡਾ ਅਭਿਆਸ ਬੜਾ ਥੋੜਾ ਹੈ, ਬਹੁਤ ਥੋੜਾ, ਅਜੇ ਪ੍ਰਕਾਸ਼ ਨਹੀਂ ਹੋਇਆ ਅੰਦਰ ਹਿਰਦੇ ਦੇ ਵਿੱਚ। ਬਹੁ ਦਿਨ ਕੋ ਦ੍ਰਿੜ ਤਨ ਅਭਿਮਾਨ। ਬਹੁਤ ਦਿਨਾਂ ਦਾ ਤਾਂ ਤਨ ਸਰੀਰ ਦਾ ਹੀ ਅਭਿਮਾਨ ਅਜੇ ਪੱਕਾ ਮਨ ਵਿੱਚ ਥਾਂ ਬਣਾ ਕੇ ਰੱਖੀ ਬੈਠਾ ਹੈ। ਦੇਹ ਅਭਿਮਾਨੰ ਨਾ ਜਤਰ ਪਾਪੰ ਕੋਟ ਗਊ ਬੱਧੇ। ਕਹਿੰਦੇ ਦੇਹ ਦਾ ਅਭਿਮਾਨ ਕਰ ਲਿਆ, ਹੰਕਾਰ ਕਰ ਲਿਆ, ਇੰਨਾ ਵੱਡਾ ਪਾਪ ਹੈ ਕਿ ਕਰੋੜ ਗਊ ਦਾ ਕਤਲ ਕਰ ਲਿਆ, ਜਿਹੋ ਜਿਹਾ ਆਪਣੇ ਸਰੀਰ ਦਾ ਹੰਕਾਰ ਕਰ ਲਿਆ। ਮੈਂ ਬੜਾ ਸੋਹਣਾ, ਮੈਂ ਬੜਾ ਬਲੀ, ਮੈਂ ਬੜਾ ਗੁਣਵਾਨ, ਬੜਾ ਗਿਆਨੀ, ਬੜਾ ਧਿਆਨੀ, ਮੇਰੇ ਵਰਗਾ ਦੂਜਾ ਕੋਈ ਹੈ ਨਹੀਂ। ਇਹ ਸਾਰਾ ਅਭਿਮਾਨ ਹੀ ਹੈ, ਹੰਕਾਰ ਹੀ ਹੈ। ਕਹਿੰਦੇ ਜਦੋਂ ਮਨ ਵਿੱਚ ਇਹ ਖਿਆਲ ਆ ਗਿਆ ਨਾ ਇੱਕ ਵਾਰੀ ਵੀ, ਤਾਂ ਕਰੋੜ ਗਊ ਦੇ ਕਤਲ ਕਰਨ ਜਿੰਨਾ ਪਾਪ ਲੱਗ ਜਾਂਦਾ ਬੰਦੇ ਨੂੰ। ਇੰਨਾ ਅਭਿਮਾਨ, ਹੰਕਾਰ ਕਰਨ ਦਾ ਪਾਪ ਹੈ। ਮਹਾਰਾਜ ਅੱਗੇ ਬੇਨਤੀ ਕਰਦੇ ਰਹੋ ਕਿ ਸੱਚੇ ਪਾਤਸ਼ਾਹ ਹੰਕਾਰ ਨਾ ਕਦੇ ਮਨ ਵਿੱਚ ਭੁੱਲ ਕੇ ਵੀ ਆ ਜਾਏ। ਪਰਮੇਸ਼ਰ ਨੂੰ ਮਨੁੱਖ ਦੀ ਸਭ ਤੋਂ ਜਿਹੜੀ ਭੈੜੀ ਆਦਤ ਲੱਗਦੀ ਹੈ, ਸਭ ਤੋਂ ਭੈੜਾ ਮਨੁੱਖ ਦਾ ਇੱਕ ਦੁਰਵਸਨ ਹੈ। ਕੀ ਹੈ ਉਹ? ਪਰਮੇਸ਼ਰ ਨੂੰ ਹੰਕਾਰ ਨਹੀਂ ਚੰਗਾ ਲੱਗਦਾ ਕਿਸੇ ਬੰਦੇ ਦਾ। ਗੁਰਬਾਣੀ ਕਹਿੰਦੀ ਹਰ ਜੂ ਅਹੰਕਾਰ ਨਾ ਭਾਵਈ, ਵੇਦ ਕੂਕ ਸੁਣਾਵੇ। ਪਰਮੇਸ਼ਰ ਨੂੰ ਬੰਦੇ ਦਾ ਹੰਕਾਰ ਨਹੀਂ ਕਦੇ ਚੰਗਾ ਲੱਗਦਾ। ਹੋਰ ਸਾਰੇ ਔਗਣ ਮਾਫ ਕਰ ਦਿੰਦਾ, ਵੱਡੇ ਤੋਂ ਵੱਡੇ ਪਾਪ, ਪਰ ਹੰਕਾਰ ਜਦੋਂ ਬੰਦਾ ਕਰਦਾ ਰੱਬ ਉਹਨੂੰ ਮਾਫ ਨਹੀਂ ਕਰਦਾ ਕਦੇ। ਇਸ ਕਰਕੇ ਅਰਦਾਸ ਕਰਦੇ ਰਹੋ ਮਹਾਰਾਜ ਜੀ ਦੇ ਚਰਨਾਂ ਵਿੱਚ। ਮਹਾਰਾਜ ਕਹਿੰਦੇ ਬੜੇ ਦਿਨਾਂ ਦਾ ਤਨ ਦਾ ਅਭਿਮਾਨ, ਹੰਕਾਰ ਹੀ ਅੰਦਰ ਅਜੇ ਪੱਕਾ ਹੋ ਕੇ ਬੈਠਾ ਹੈ। ਸਨੈ ਸਨੈ ਕੀਜੈ ਇਸ ਹਾਨ। ਗੁਰ ਸ਼ਬਦ ਦਾ ਅਭਿਆਸ ਕਰੋ, ਸੇਵਾ ਕਰੋ, ਹੌਲੀ ਹੌਲੀ ਦੀ ਹਾਨੀ ਕਰੋ ਅੰਦਰੋਂ, ਇਹਦਾ ਅੰਦਰੋਂ ਨਾਸ਼ ਕਰੋ, ਇਹਨੂੰ ਮੇਟੋ, ਇਹਨੂੰ ਮੇਟ ਦਿਓ, ਹੌਲੀ ਹੌਲੀ ਅੰਦਰੋਂ ਕੱਢ ਦਿਓ ਉਹਨੂੰ ਬਾਹਰ। ਪਠਨ ਸਰਵਨ ਨਿਤ ਕਰੋ ਵਿਸਾਲਾ। ਇਹ ਕਿਵੇਂ ਨਿਕਲੇਗਾ? ਬਾਣੀ ਪੜੋ ਔਰ ਕੰਨਾਂ ਨਾਲ ਸਰਵਣ ਕਰੋ। ਦੂਜਾ, ਸਤ ਸੰਗਤ ਵਿੱਚ ਜਾਓ, ਸੰਗਤ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਕਥਾ ਸੁਣੋ। ਔਰ ਨਿਤਾ ਪ੍ਰਤੀ ਇਹ ਖਾਸ ਕਰਕੇ ਵਿਸਾਲ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਪੰਜ ਬਾਣੀਆਂ ਪੜ੍ਹ ਕੇ ਕਹਿੰਦਾ ਮੇਰੇ ਵਰਗਾ ਸਿੱਖ ਨਹੀਂ, ਮੈਂ ਸਭ ਤੋਂ ਵੱਡਾ ਤਤ ਖਾਲਸਾ। ਪਰ ਮਹਾਰਾਜ ਕਹਿੰਦੇ ਨਹੀਂ, ਬਹੁਤ ਵਿਸਾਲਾਂ ਦਾ ਅਰਥ ਹੁੰਦਾ ਬਹੁਤ ਜ਼ਿਆਦਾ, ਬਹੁਤ ਜ਼ਿਆਦਾ, ਬਹੁਤ ਜ਼ਿਆਦਾ। ਬਾਣੀ ਪੜੋ ਔਰ ਸੁਣੋ, ਸਤ ਸੰਗਤ ਦੇ ਵਿੱਚ ਜਾਓ, ਕੀਰਤਨ ਕਥਾ ਸੁਣੋ। ਦ੍ਰਿੜ ਅਭਿਆਸ ਸ਼ਬਦ ਜਿਸ ਕਾਲਾ। ਜਦੋਂ ਗੁਰ ਸ਼ਬਦ ਦਾ ਅਭਿਆਸ ਐਨ ਪੱਕਾ, ਪੱਕਾ ਕਿਹਨੂੰ ਕਹਿੰਦੇ? ਜਦੋਂ ਅੰਦਰੋਂ ਗੁਰ ਸ਼ਬਦ ਨਾ ਭੁੱਲੇ, ਭਾਵ ਅੰਦਰ ਸੁਰਤ ਵਿੱਚ, ਹਿਰਦੇ ਦੇ ਵਿੱਚ ਨਾਮ ਵਸ ਜਾਏ, ਭਾਵ ਧਿਆਨ ਵਿੱਚੋਂ ਜਿਹੜਾ ਧਿਆਨੀ ਪੁਰਸ਼ ਹੁੰਦਾ ਨਾ ਸਾਧ ਸੰਗਤ ਜੀ, ਉਹਦੀ ਅਵਸਥਾ ਹੋਰ ਮੰਡਲਾਂ ਦੇ ਵਿੱਚ ਵਿਚਰਦੀ ਹੈ। ਉਹਦਾ ਇੱਥੇ ਧਿਆਨ ਜਿਹੜਾ ਹੁੰਦਾ ਸੰਸਾਰ ਵਿੱਚੋਂ, ਫਿਰ ਉਹਦਾ ਧਿਆਨ ਅਭਾਵ ਹੋ ਜਾਂਦਾ। ਸੰਤ ਬਾਬਾ ਜਵਾਲਾ ਸਿੰਘ ਜੀ ਹਰਖੋਵਾਲ ਵਾਲੇ ਕਹਿੰਦੇ ਸੰਗਤ ਵਿੱਚ ਵੀ ਬੈਠਣਾ, ਮਹਾਰਾਜ ਦੀ ਹਜ਼ੂਰੀ ਵਿੱਚ ਵੀ ਸੰਗਤ ਵਿੱਚ ਬੈਠਣਾ ਆਮ ਵੀ ਚੌਂਕੜਾ ਮਾਰ ਕੇ ਕਹਿੰਦੇ ਬਸ ਬੈਠੇ ਰਹਿੰਦੇ ਸਨ, ਕਿਸੇ ਵੱਲ ਵੇਖਦੇ ਨਹੀਂ ਸਨ, ਕਿਸੇ ਦਾ ਬਚਨ ਨਹੀਂ ਸੁਣਦੇ, ਨਾ ਕਿਸੇ ਵੱਲ ਧਿਆਨ ਦਿੰਦੇ ਸਨ। ਪੁਰਾਣੇ ਸਿੰਘਾਂ ਨੇ ਬਚਨ ਸੁਣਾਏ ਕਿ ਇੰਨਾ ਸਾਧਨ ਸੀ ਉਹਨਾਂ ਦਾ ਕਿ ਉਹ ਚੌਂਕੜੇ ਵਿੱਚ ਘੰਟਿਆਂ ਬੱਧੀ ਬੈਠੇ ਹੀ ਰਹਿੰਦੇ ਸਨ। ਭਾਵ ਕੀ ਸੀ ਉੱਥੇ? ਉੱਥੇ ਉਹਨਾਂ ਦੀ ਸੁਰਤ ਬਾਣੀ ਵਿੱਚ, ਨਾਮ ਵਿੱਚ ਜੁੜੀ ਹੋਈ ਹੁੰਦੀ ਸੀ।
ਇਸ ਕਰਕੇ ਜਿਨ੍ਹਾਂ ਤੇ ਇਹ ਅਵਸਥਾ ਆ ਜਾਂਦੀ ਆ ਉਹਨਾਂ ਨੂੰ ਫਿਰ ਸੰਸਾਰ ਦੇ ਵਿਹਾਰਾਂ ਵਿੱਚ ਉਹਨਾਂ ਦਾ ਧਿਆਨ ਨਹੀਂ ਜਾਂਦਾ ਕਦੇ ਵੀ। ਜੇ ਕਿਤੇ ਉਹ ਕਰਦੇ ਵੀ ਹੈ ਤਾਂ ਵਿਹਾਰਾਂ ਵਿੱਚੋਂ ਵੀ ਉਹਨਾਂ ਨੂੰ ਵਾਹਿਗੁਰੂ ਦਾ ਨਾਮ ਹੀ ਸੁਣਦਾ। ਡਾਕਟਰ ਦੀਵਾਨ ਸਿੰਘ ਜੀ ਲੁਧਿਆਣੇ ਵਾਲੇ ਸੰਤ ਬਾਬਾ ਸੁੰਦਰ ਸਿੰਘ ਜੀ ਭਿੰਡਰਾਂ ਵਾਲਿਆਂ ਨੂੰ ਕਹਿਣ ਲੱਗੇ, ਮਹਾਰਾਜ ਜੀ ਮਹਾਂਪੁਰਖੋ, ਜਦੋਂ ਮੈਂ ਕਾਰ ਚਲਾਉਣਾ ਮੇਰੀ ਕਾਰ ਦੇ ਇੰਜਣ ਵਿੱਚੋਂ ਮੈਨੂੰ ਵਾਹਿਗੁਰੂ ਵਾਹਿਗੁਰੂ ਸੁਣਾਈ ਦਿੰਦਾ। ਕਹਿੰਦੇ ਧੰਨ ਹੈ ਡਾਕਟਰ ਸਾਹਿਬ ਤੁਹਾਡੀ ਅਵਸਥਾ, ਗੁਰੂ ਸਾਹਿਬ ਦੀ ਤੁਹਾਡੇ ਉੱਤੇ ਕਿਰਪਾ ਹੈ। ਮਹਾਂਪੁਰਖ ਇੰਨਾ ਕਹਿ ਕੇ ਚੁੱਪ ਕਰ ਗਏ। ਡਾਕਟਰ ਸਾਹਿਬ ਚੈੱਕਅਪ ਕਰਨ ਲੱਗੇ। ਜਿੱਥੇ ਜਿੱਥੇ ਉਹ ਚੈੱਕਅਪ ਕਰਨ ਵਾਲੀ ਟੂਟੀ ਲਾਉਣ ਤਾਂ ਰੋਮ ਰੋਮ ਦੇ ਵਿੱਚੋਂ ਵਾਹਿਗੁਰੂ ਨਾਮ ਸੁਣਾਈ ਦੇ ਰਿਹਾ ਸੀ। ਐਸੀ ਅਵਸਥਾ। ਸੋ ਭਾਈ ਇਉਂ ਮਹਾਰਾਜ ਕਹਿੰਦੇ ਅਭਿਆਸ ਦ੍ਰਿੜ ਹੋ ਜਾਏ, ਅੰਦਰ ਐਨ ਪੱਕਾ ਹੋ ਕੇ ਵਸ ਜਾਏ। ਰੋਜ਼ ਦੇ ਨਿਤਨੇਮੀਆਂ ਨੂੰ ਪੁੱਛ ਕੇ ਵੇਖ ਲਿਓ, ਨਿਤਨੇਮ ਕਰਨ ਤੋਂ ਪਹਿਲਾਂ ਆਲਸ ਹੁੰਦੀ ਹੈ ਮਨ ਵਿੱਚ। ਰੋਜ਼ ਕਰਨ ਵਾਲਿਆਂ ਨਾਲ ਵੀ ਇਸ ਤਰ੍ਹਾਂ ਵਾਪਰਦਾ, ਹਰ ਰੋਜ਼ ਕਰਨ ਵਾਲਿਆਂ ਨਾਲ। ਇਸ਼ਨਾਨ ਕਰਕੇ ਮਨ ਵਿੱਚ ਫੇਰ ਆਲਸ ਹੋ ਜਾਂਦੀ ਹੈ ਕਿ ਕੱਲ ਨੂੰ ਕਰ ਲਵਾਂਗੇ, ਚੱਲ ਅੱਜ ਗੁਰਦੁਆਰੇ ਨਹੀਂ ਜਾਂਦੇ ਕੱਲ ਨੂੰ ਮੱਥਾ ਟੇਕ ਲਵਾਂਗੇ। ਰੋਜ਼ਾਨਾ ਕਰਨ ਵਾਲਿਆਂ ਨਾਲ ਇਹ ਕੁਝ ਵਾਪਰਦਾ ਹੈ। ਇਹਨੂੰ ਕਹਿੰਦੇ ਮਨ ਨੂੰ ਮਾਰਨਾ। ਦ੍ਰਿੜਤਾ ਪੂਰਵਕ ਐਸਾ ਉੱਤਮ ਹੱਠ ਰੱਖ ਕੇ ਮਨ ਕਹੇ ਵੀ, ਮਨ ਜ਼ੋਰ ਵੀ ਨਾ ਲੱਗਣ ਦੇਵੇ ਤਾਂ ਵੀ ਮਨ ਨੂੰ ਦਬਾ ਕੇ ਫਿਰ ਆਪਣਾ ਨਿਤ ਕਰਮ ਸੇਵਾ ਭਜਨ ਸਤ ਸੰਗਤ ਦਾ ਪੂਰਾ ਕਰਨਾ। ਇਹ ਅਭਿਆਸ ਕਰਨਾ ਪੈਂਦਾ। ਇਸ ਕਰਕੇ ਮਹਾਰਾਜ ਕਹਿੰਦੇ ਜਦੋਂ ਐਨ ਪੱਕਾ ਹੋ ਕੇ ਗੁਰ ਸ਼ਬਦ ਦਾ ਅਭਿਆਸ ਜਿਸ ਕਾਲ ਵਿੱਚ ਤੁਹਾਡੇ ਅੰਦਰ ਵਸ ਗਿਆ, ਜਦੋਂ ਨਾਮ ਅੰਦਰੋਂ ਭੁੱਲਦਾ ਨਹੀਂ ਹੈ, ਹੋਏ ਬੇਸਿਮਰਨ ਤਨ ਅਭਿਮਾਨ। ਫੇਰ ਕਹਿੰਦੇ ਮਹਾਰਾਜ ਕਹਿੰਦੇ ਤਾਂ ਇਹ ਅਵਸਥਾ ਆਉਂਦੀ ਹੈ, ਤਨ ਦਾ ਅਭਿਮਾਨ ਉਦੋਂ ਛੁੱਟਦਾ। ਕਹਿੰਦੇ ਉਦੋਂ ਤਨ ਦਾ ਅਭਿਮਾਨ ਅੰਦਰੋਂ ਚਲਿਆ ਜਾਂਦਾ ਹੈ। ਫੇਰ ਤਨ ਦਾ ਅਭਿਮਾਨ ਜਿਹੜਾ ਹੈ ਉਹ ਸਰੀਰ ਵਿੱਚੋਂ, ਹਿਰਦੇ ਦੇ ਵਿੱਚੋਂ ਚਲਿਆ ਜਾਂਦਾ ਹੈ। ਭਾਵ ਹਿਰਦੇ ਵਿੱਚੋਂ ਹੀ ਆ ਅਸਲ ਗੱਲ ਤਾਂ, ਅੰਤःਕਰਨ ਵਿੱਚੋਂ ਤਨ ਦਾ ਅਭਿਮਾਨ ਨਿਵਰਤ ਹੋ ਜਾਂਦਾ ਹੈ। ਤਬ ਤੁਮਰੀ ਹੋਵੇ ਕਲਿਆਣ। ਮਹਾਰਾਜ ਕਹਿੰਦੇ ਤਾਂ ਤੁਹਾਡੀ ਕਲਿਆਣ ਮੁਕਤੀ ਹੋਏਗੀ ਜਦੋਂ ਅੰਦਰੋਂ ਅਭਿਮਾਨ, ਇਹ ਵਿਕਾਰ ਆਦਿਕ ਬਾਹਰ ਚਲੇ ਗਏ, ਅੰਦਰੋਂ ਸਾਫ਼ ਹੋ ਗਿਆ, ਹਿਰਦਾ ਉਜਲ ਹੋ ਗਿਆ। ਨੀਰ ਪ੍ਰਵਾਹ ਹੋਤ ਹੈ ਜੈਸੇ, ਜਿਵੇਂ ਪਾਣੀ ਦਾ ਪ੍ਰਵਾਹ ਵਗਦਾ ਹੈ। ਸਤਿਗੁਰੂ ਜੀ ਕਹਿੰਦੇ ਸਨ ਸਨ ਉਲਟ ਹੈ ਬਿਦ ਕੈਸੇ। ਔਰ ਉਹਨੂੰ ਮੋੜਨਾ ਹੋਵੇ, ਦੂਜੀ ਤਰਫ ਲੈ ਕੇ ਜਾਣਾ ਹੋਵੇ, ਇੱਕਦਮ ਨਹੀਂ ਉਹ ਮੁੜਦਾ। ਹੌਲੀ ਹੌਲੀ ਬੜੀਆਂ ਵਿਧੀਆਂ ਜੁਗਤੀਆਂ ਦੇ ਨਾਲ ਸਿਆਣੇ ਬੰਦੇ ਮਿਹਨਤ ਕਰ ਕਰਕੇ ਉਹਦਾ ਪ੍ਰਵਾਹ, ਉਹਦਾ ਰੁਖ ਮੋੜ ਕੇ ਫੇਰ ਜਿੱਧਰ ਨੂੰ ਲੈ ਕੇ ਜਾਣਾ ਉਸ ਤਰਫ ਨੂੰ ਲੈ ਕੇ ਜਾਂਦੇ ਆ। ਕਰੇ ਯਤਨ ਬਹੁ ਅਨਥਲ ਬਹਿ। ਬਹੁਤ ਯਤਨ ਕਰਨ ਤੋਂ ਬਾਅਦ ਜਿਸ ਥਾਂ ਤੇ ਪਾਣੀ ਲੈ ਕੇ ਜਾਣਾ ਹੋਵੇ ਫੇਰ ਉਧਰ ਨੂੰ ਜਾਂਦਾ ਹੈ, ਤੁਰਦਾ ਹੈ। ਨਾਹੀਂ ਤਾਂ ਪ੍ਰਥਮ ਥਾਨ ਹੀ ਰਹਿ। ਨਹੀਂ ਤਾਂ ਪਹਿਲਾਂ ਵਾਲੇ ਥਾਂ ਤੇ ਹੀ ਟਿਕਿਆ ਰਹਿੰਦਾ, ਉੱਥੇ ਹੀ ਵਗਦਾ ਤੁਰਿਆ ਰਹਿੰਦਾ ਹੈ। ਪੂਰਬ ਕਰੀਏ ਮਨ ਨੀਵਾਣ। ਮਹਾਰਾਜ ਕਹਿੰਦੇ ਪਹਿਲਾਂ ਮਨ ਨੂੰ ਨੀਵਾਂ ਕਰੋ, ਮਨ ਵਿੱਚ ਨਿਮਰਤਾ ਲਿਆਓ। ਮਨ ਨੂੰ ਨੀਵਾਂ ਕੀ ਕਰਨਾ? ਗੁਰੂ ਵੱਲ ਨਿਵਾ ਦਿਓ, ਗੁਰੂ ਨੂੰ ਗੁਰੂ ਨਾਲ ਜੋੜ ਦਿਓ, ਬਾਣੀ ਨਾਲ ਜੋੜ ਦਿਓ, ਸਤ ਸੰਗਤ ਨਾਲ ਜੋੜ ਦਿਓ। ਇਉਂ ਗੁਰੂ ਵੱਲ ਨੂੰ ਇਹਨੂੰ ਨੀਵਾਂ ਕਰ ਦੇਣਾ। ਨਿਮਰਤਾ ਵਿੱਚ ਕਿੱਡੀ ਵੱਡੀ ਸ਼ਕਤੀ ਹੈ। ਇੱਕ ਵਾਰੀ ਧੰਨ ਮਹਾਂਪੁਰਖ ਸੰਤ ਬਾਬਾ ਠਾਕੁਰ ਸਿੰਘ ਜੀ ਖਾਲਸਾ ਜੀ ਨੂੰ ਸਿੰਘਾਂ ਨੇ ਪੁੱਛਿਆ, ਕਿਸੇ ਸਿੰਘ ਨੇ, ਬਾਬਾ ਜੀ ਇੰਨਾ ਸਮਾਂ ਜਥੇ ਵਿੱਚ ਰਹਿੰਦਿਆਂ ਹੋ ਗਿਆ, ਕਿਵੇਂ ਤੁਸੀਂ ਦਿਨ ਕੱਟੀ ਗਏ? ਤੁਹਾਨੂੰ ਕਿਸੇ ਵੀ ਮਹਾਂਪੁਰਖ ਨੇ ਕੋਈ ਸ਼ਬਦ ਐਸਾ ਨਹੀਂ ਕਿਹਾ। ਤਾਂ ਬਾਬਾ ਜੀ ਨੇ ਇਹ ਪੰਕਤੀ ਪੜ੍ਹੀ ਗੁਰਬਾਣੀ ਵਿੱਚੋਂ, ਕਹਿਣ ਲੱਗੇ, ਜਿਉ ਸਾਹਿਬ ਨਾਲ ਨਾ ਹਾਰੀਐ ਤੇ ਵੇਹਾ ਪਾਸਾ ਢਾਲੀਐ, ਕਿਛ ਲਾਹੇ ਉੱਪਰ ਘਾਲੀਐ। ਕਹਿੰਦੇ ਆਪਣੇ ਅਸੀਂ ਮਾਲਕਾਂ ਨਾਲ ਕਦੇ ਆਪਣੀ ਮਨਮਰਜ਼ੀ ਉਹਨਾਂ ਦੇ ਅੱਗੇ ਕੀਤੀ ਨਹੀਂ। ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜੀ ਨੇ ਸੇਵਾ ਦੌਰਾਨ ਇੱਕ ਵਾਰੀ ਕਹਿਤਾ, ਠਾਕਰ ਸਿਆਂ ਜਥੇ ਚੋਂ ਚਲੇ ਜਾ, ਤੈਨੂੰ ਇੱਥੇ ਨਹੀਂ ਮੈਂ ਰੱਖਣਾ। ਬਾਬਾ ਜੀ ਕਸ਼ਹਿਰਾ ਪਰਨਾ ਚੁੱਕ ਕੇ ਚਲੇ ਗਏ। ਇੱਕੋ ਵਾਰੀ ਹੋਈ ਇਹ ਘਟਨਾ, ਆਪ ਦੱਸਦੇ ਹੁੰਦੇ ਸੀ ਬਾਬਾ ਜੀ, ਮੈਂ ਆਪ ਸੁਣਿਆ। ਜਿੱਥੇ ਬੰਬੀ ਹੈ ਕਹਿੰਦੇ ਇੱਥੇ ਤੱਕ ਗਿਆ, ਮਨ ਵਿੱਚ ਖਿਆਲ ਆਇਆ
ਕਿ ਹੰਸਾਂ ਦਾ ਅੱਜ ਮਾਨ ਸਰੋਵਰ ਠਾਕਰ ਸਿਆਂ ਛੱਡ ਕੇ ਤੁਰ ਚੱਲਿਆ, ਤੇਰੀ ਜ਼ਿੰਦਗੀ ਦਾ ਕੀ ਬਣੇਗਾ। ਦੇਖੋ ਇੱਕ ਪੂਰਨ ਮਹਾਂਪੁਰਖ ਇਹ ਗੱਲ ਕਹਿ ਰਿਹਾ ਜਥੇਬੰਦੀ ਨੂੰ, ਕਹਿੰਦਾ ਹੰਸਾਂ ਦਾ ਮਾਨ ਸਰੋਵਰ ਛੱਡ ਕੇ ਚੱਲਿਆ, ਠਾਕਰ ਸਿਆਂ ਤੇਰੀ ਜ਼ਿੰਦਗੀ ਦਾ ਕੀ ਬਣੇਗਾ। ਜਿਹੜੇ ਜਥੇ ਚੋਂ ਜਾਂਦੇ ਆ ਉਹਨਾਂ ਦੀ ਕੀ ਹਾਲਤ ਹੋਏਗੀ। ਕਹਿੰਦੇ ਹੰਸਾਂ ਦਾ ਮਾਨ ਸਰੋਵਰ ਛੱਡ ਕੇ ਚੱਲਿਆ, ਮਾਨ ਸਰੋਵਰ ਤੇ ਹੰਸ ਹੀਰੇ ਮੋਤੀ ਚੁਗਦੇ ਆ, ਹੰਸਾਂ ਹੀਰਾ ਮੋਤੀ ਚੁਗਣਾ ਬੱਗ ਡੱਡਾਂ ਭਾਲਣ ਜਾਵੇ। ਕਹਿੰਦੇ ਇੰਨੀ ਗੱਲ ਹੀ ਮੈਂ ਸੋਚ ਰਿਹਾ ਸੀ। ਸੰਤਾਂ ਨੇ ਮਗਰੋਂ 5 ਸਿੰਘ ਭੇਜੇ, ਕਹਿੰਦੇ ਬਾਬਾ ਜੀ ਨੂੰ ਮੋੜ ਕੇ ਲਿਆ। ਬਾਬਾ ਜੀ ਆਏ ਅੰਦਰ ਗੁਰਦੁਆਰਾ ਸਾਹਿਬ, ਸੰਤ ਕਹਿੰਦੇ ਬਾਬਾ ਜੀ ਮੇਰੇ ਤੋਂ ਗਲਤੀ ਹੋ ਗਈ, ਮੈਨੂੰ ਮਾਫ ਕਰ ਦੇ। ਬਾਬਾ ਜੀ ਕਹਿੰਦੇ ਨਹੀਂ ਮਹਾਂਪੁਰਖੋ, ਗਲਤੀ ਮੇਰੇ ਤੋਂ ਹੋਈ, ਮੈਂ ਤੁਹਾਡਾ ਬਚਨ ਨਹੀਂ ਮੰਨ ਸਕਿਆ। ਦੇਖੋ ਸੰਤਾਂ ਨੇ ਕਹਿਤਾ ਚਲੇ ਜਾਓ, ਕੋਈ ਗੁੱਸਾ ਨਹੀਂ, ਕੋਈ ਕ੍ਰੋਧ ਨਹੀਂ, ਕੋਈ ਮਹਾਂਪੁਰਖਾਂ ਦੇ ਉੱਤੇ ਰੋਸ ਨਹੀਂ। ਸੰਤਾਂ ਨੇ ਮੋੜ ਲਿਆ, ਬੁਲਾ ਲਿਆ, ਤਾਂ ਮਨ ਵਿੱਚ ਕੋਈ ਹੰਕਾਰ ਨਹੀਂ ਕੀਤਾ ਕਿ ਮੈਂ ਹੁਣ ਮੁੜ ਕੇ ਨਹੀਂ ਜਾਣਾ। ਹੈ ਐਸੀ ਅਵਸਥਾ, ਇੰਨੀ ਨਿਮਰਤਾ। ਕਹਿੰਦੇ ਮੈਂ ਸਾਰੀ ਜ਼ਿੰਦਗੀ ਸਤਿਪੁਰਸ਼ਾਂ ਦੀ ਆਗਿਆ ਵਿੱਚ ਰਿਹਾ, ਭਾਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਜੀ ਸਨ, ਭਾਵੇਂ ਸੰਤ ਗਿਆਨੀ ਕਰਤਾਰ ਸਿੰਘ ਜੀ ਖਾਲਸਾ ਜੀ ਸਨ, ਭਾਵੇਂ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਜੀ ਸਨ। ਕਹਿੰਦੇ ਮੈਂ ਤਿੰਨੇ ਮਹਾਂਪੁਰਖਾਂ ਨੂੰ ਇੱਕ ਰੂਪ ਕਰਕੇ ਵੇਖਿਆ, ਤੇ ਤਾਂ ਹੀ ਤਾਂ ਸੰਤ ਬਾਬਾ ਜਰਨੈਲ ਸਿੰਘ ਜੀ ਨੇ ਇਹ ਬਚਨ ਕਹੇ ਆਪਣੇ ਮੁਖਾਰ ਬਿੰਦ ਤੋਂ ਸ੍ਰੀ ਗੁਰੂ ਨਾਨਕ ਨਿਵਾਸ ਉੱਤੇ। ਬਾਬਾ ਜੀ ਗਏ, ਕਹਿੰਦੇ ਸਿੰਘੋ ਜੀ ਨੇ ਰੱਬ ਨਹੀਂ ਵੇਖਿਆ, ਤੁਰਿਆ ਆਉਂਦਾ, ਇਹਦੇ ਦਰਸ਼ਨ ਕਰ ਲਓ। ਇੰਨਾ ਸਤਿਕਾਰ ਮਹਾਂਪੁਰਖ ਕਰਦੇ ਸਨ। ਇਹ ਨਿਮਰਤਾ ਹੈ, ਇਹ ਕਮਾਈ ਹੈ, ਮਨ ਨੂੰ ਨੀਵਾਂ ਕਰ ਲੈਣਾ, ਇੰਨੀ ਨਿਮਰਤਾ। ਸੋ ਮਨ ਨੂੰ ਨੀਵਾਂ ਕਰ ਲਿਆ। ਕਹਿੰਦੇ ਪਹਿਲਾ ਮਨ ਨੂੰ ਨੀਵਾਂ ਕਰੋ, ਪਾਵਹੁ ਬੰਦ ਬ੍ਰਿਤ ਬ੍ਰਹਮ ਗਿਆਨ। ਬ੍ਰਹਮ ਗਿਆਨ ਵਾਲੀ ਬਿਰਤੀ ਦੁਆਰਾ ਮਨ ਨੂੰ ਬੰਨ ਪਾ ਲਓ। ਮਨ ਨੂੰ ਰੋਕਣਾ ਕਿਵੇਂ ਹੈ? ਜਿਹੜੀ ਬਾਣੀ ਪੜ੍ਹਨੀ ਹੈ ਬ੍ਰਹਮ ਗਿਆਨ ਦੀ ਬਿਰਤੀ ਦਾ ਬੰਦ ਹੈ। ਜਾਪ ਕਰਨਾ, ਸਿਮਰਨ ਕਰਨਾ, ਬੰਦਗੀ ਕਰਨੀ, ਭਗਤੀ ਕਰਨੀ ਹੈ, ਬਿਰਤੀ ਨੂੰ ਬੰਨ ਪਾਉਣਾ, ਰੋਕਣਾ ਹੈ। ਮਾੜੇ ਪਾਸੇ ਜਾਣ ਤੋਂ ਇਹੀ ਬੰਨ ਪਾਉਣਾ ਨਾ। ਬ੍ਰਹਮ ਗਿਆਨ ਵਾਲੀਆਂ ਜਿਹੜੀਆਂ ਬਿਰਤੀਆਂ ਹਨ, ਜਿਨ੍ਹਾਂ ਨਾਲ ਬ੍ਰਹਮ ਗਿਆਨ ਪ੍ਰਾਪਤ ਹੁੰਦਾ, ਭਾਉ ਭਗਤੀ ਗੁਰਬਾਣੀ ਦਾ ਅਭਿਆਸ, ਇਸ ਦੁਆਰਾ ਕਹਿੰਦੇ ਮਨ ਨੂੰ ਬੰਨ ਲਓ, ਇਹਦੇ ਵਿੱਚ ਹੀ ਬੰਨ ਲਓ, ਇਹਦੇ ਵਿੱਚ ਹੀ ਰੋਕ ਕੇ ਰੱਖੋ ਆਪਣੇ ਮਨ ਨੂੰ। ਸਤ ਸੰਤੋਖ ਆਦ ਗੁਣ ਧਰੇ। ਸਤ ਸੰਤੋਖ ਇਹ ਸ਼ੁਭ ਗੁਣ ਆਦਿਕ ਜਿਹੜੇ ਇਹਨਾਂ ਨੂੰ ਵੀ ਧਾਰਨ ਕਰੇ, ਨਾਲ ਹੀ ਤੋਂ ਬਿਨਾਂ ਗੱਲ ਨਹੀਂ ਬਣਦੀ ਕਦੇ। ਬਿਨ ਗੁਣ ਕੀਤੇ ਭਗਤ ਨਾ ਹੋਏ। ਅਭਿਆਸੀ ਗੁਣ ਨਹੀਂ ਰੱਖੇਗਾ ਨਾ ਜੀਵਨ ਵਿੱਚ, ਤਾਂ ਉਹਦੀ ਭਗਤੀ, ਉਹਦੀ ਸਾਧਨਾ ਫਲੀ ਭੂਤ ਨਹੀਂ ਹੁੰਦੀ ਕਦੇ। ਔਗੁਣ ਵੀ ਕਰੀ ਜਾਏ, ਭਗਤੀ ਵੀ ਕਰੀ ਜਾਏ, ਤਾਂ ਵਿਘਨ ਪੈ ਜਾਂਦਾ। ਇਸ ਕਰਕੇ ਸਤ ਸੰਤੋਖ ਆਦਿ ਗੁਣਾਂ ਨੂੰ ਵੀ ਧਾਰਨ ਕਰੇ। ਇਨ ਜਤਨੋਂ ਤੇ ਸੋ ਮੁਰ ਪਰੇ। ਕਹਿੰਦੇ ਇਹਨਾਂ ਜਤਨ, ਇਹਨਾਂ ਸਾਧਨਾ ਦੇ ਨਾਲ ਇਹ ਮਨ ਮੁੜ ਪੈਂਦਾ ਹੈ ਗੁਰੂ ਵੱਲ ਨੂੰ, ਪਰਮੇਸ਼ਰ ਵੱਲ ਨੂੰ। ਜਬ ਪ੍ਰਵਾਹਿਤ ਦਿਸ਼ ਕੋ ਭਇਓ। ਜਦੋਂ ਪ੍ਰਵਾਹ ਪੈ ਗਿਆ, ਅੰਦਰ ਪ੍ਰਵਾਹ ਚੱਲ ਪਿਆ ਨਾਮ ਦਾ, ਗੁਰੂ ਵੱਲ ਨੂੰ ਤੁਰ ਪਿਆ, ਮਨ ਜੁੜ ਗਿਆ ਹੈ। ਅੰਦਰ ਸੁਤੇ ਪ੍ਰਵਾਹ ਚੱਲ ਪਿਆ ਬਾਣੀ ਦਾ, ਸਿਮਰਨ ਦਾ, ਅੰਦਰ ਸੋਮਾ ਵਗ ਟੁਰਿਆ। ਬਹੁਰ ਉਪਾਏ ਨਾ ਕੁਛ ਰਹਿ ਗਇਓ। ਫਿਰ ਕੋਈ ਹੋਰ ਉਪਾਅ ਯਤਨ ਕਰਨਾ ਰਹਿ ਨਹੀਂ ਜਾਂਦਾ, ਹੋਰ ਸਾਧਨ ਕਰਨਾ ਪਿੱਛੇ ਬਾਕੀ ਨਹੀਂ ਬਚਦਾ। ਪ੍ਰਾਪਤ ਹੋਏ ਸੁਖੈਨ ਆਨੰਦ। ਸੁਖ ਦੇਣ ਵਾਲੀ ਜਿਹੜੀ ਆਨੰਦ ਰੂਪ ਅਵਸਥਾ ਹੈ ਨਾ, ਉਹ ਗੁਰਸਿੱਖ ਨੂੰ ਪ੍ਰਾਪਤ ਹੋ ਜਾਂਦੀ ਹੈ। ਨਹੀਂ ਸੋ ਵਿਆਪੈ ਦੁਖ ਦਾ ਦੰਦ। ਜਿਹੜੀ ਦਵੈਤ ਹੈ, ਦੁੱਖ ਦੇਣ ਵਾਲੀ ਹੈ, ਗਿਆਨ ਹੈ, ਇਹ ਕਦੇ ਨਹੀਂ ਵਿਆਪਦਾ, ਕਦੇ ਨਹੀਂ ਮੁੜ ਕੇ ਆ ਕੇ ਚੰਬੜਦਾ ਨਹੀਂ ਲੱਗਦਾ। ਸ੍ਰੀ ਗੁਰ ਤੇ ਸੁਨ ਭਗਤ ਸੋਠਾਨੀ। ਧੰਨ ਗੁਰੂ ਅਰਜਨ ਦੇਵ ਜੀ ਤੋਂ ਐਸਾ ਕਲਿਆਣਕਾਰੀ ਪਰਮ ਪਵਿੱਤਰ ਉਪਦੇਸ਼ ਸੁਣ ਕੇ ਇਹਨਾਂ ਭਗਤਾਂ ਨੇ, ਇਹਨਾਂ ਗੁਰਸਿੱਖਾਂ ਨੇ ਭਗਤੀ ਕਰਨੀ ਸ਼ੁਰੂ ਕਰ ਦਿੱਤੀ, ਬੰਦਗੀ ਦੇ ਵਿੱਚ ਮਨ ਜੋੜ ਲਿਆ ਹੈ। ਭਇਓ ਮੁਰਾਰੀ ਆਤਮ ਗਿਆਨੀ। ਧੰਨ ਪਾਈ ਮੁਰਾਰੀ ਜੀ ਆਤਮ ਗਿਆਨੀ, ਬ੍ਰਹਮ ਗਿਆਨੀ ਗੁਰਸਿੱਖ ਹੋਏ। ਸਤਿਗੁਰੂ ਜੀ ਦੇ ਇਹਨਾਂ ਬਚਨਾਂ ਨੂੰ ਕਮਾ ਕੇ ਆਖੋ ਭਾਈ ਵਾਹਿਗੁਰੂ। ਸੋ ਸਾਧ ਸੰਗਤ ਜੀ, ਹੁਣ ਸਮਾਂ ਅੱਗੇ ਜਾਣ ਦੀ ਆਗਿਆ ਨਹੀਂ ਦਿੰਦਾ। ਭੁੱਲਾਂ ਚੁੱਕਾਂ ਗੁਰੂ ਮਹਾਰਾਜ ਗੁਰੂ ਕੀ ਸੰਗਤ ਨੇ ਖਿਮਾ ਕਰਨੀਆਂ। ਸਾਰੀ ਸੰਗਤ ਨੂੰ ਬੇਨਤੀ ਅਰਦਾਸ ਤੋਂ ਉਪਰੰਤ ਸ਼੍ਰੀ ਮੁਖਵਾਕ ਸੁਣ ਕੇ ਦੇਗ ਲੈ ਕੇ ਲੰਗਰ ਜ਼ਰੂਰ ਛਕ ਕੇ ਜਾਣਾ।
ਕਿਉਂਕਿ ਇਹ ਲੰਗਰ ਸ਼ਹੀਦਾਂ ਦਾ ਜੱਗ ਚੱਲ ਰਿਹਾ। ਸ਼ਹੀਦਾਂ ਦੀ ਖੁਸ਼ੀ ਤਾਂ ਪ੍ਰਾਪਤ ਹੋਣੀ ਹੈ ਕਿ ਲੰਗਰ ਜ਼ਰੂਰ ਛਕ ਕੇ ਜਾਇਓ। ਜਿੰਨਾ ਵੀ ਕਿਸੇ ਨੂੰ ਲੋੜ ਹੈ, ਜਿਹਨੂੰ ਥੋੜੀ ਤੋਂ ਥੋੜੀ ਵੀ ਲੋੜ ਹੈ, ਉਹ ਵੀ ਮੁੱਖ ਵਿੱਚ ਭਾਵੇਂ ਇੱਕ ਕਿਣਕਾ ਹੀ ਆਪਣੇ ਲੰਗਰ ਦਾ ਪਾਵੇ, ਜ਼ਰੂਰ ਛਕ ਕੇ ਜਾਇਓ। ਇਹ ਬੇਨਤੀ ਮੇਰੇ ਵੱਲੋਂ ਨਹੀਂ, ਇਹ ਸ਼ਹੀਦਾਂ ਦਾ ਹੀ ਤੁਹਾਨੂੰ ਹੁਕਮ ਹੈ, ਉਹਨਾਂ ਦੀ ਉਹ ਬੇਨਤੀ ਹੈ ਸਾਰੀ ਸੰਗਤ ਨੂੰ। ਸੋ ਸਾਧ ਸੰਗਤ ਜੀ, ਅੱਜ ਦੇ ਦੀਵਾਨ ਵਿੱਚ ਬਹੁਤ ਹੀ ਸਨਮਾਨਯੋਗ ਸੰਤ ਬਾਬਾ ਮਨਮੋਹਨ ਸਿੰਘ ਜੀ ਭੰਗਾਲੀ ਵਾਲੇ ਔਰ ਸਤਿਕਾਰਯੋਗ ਗਿਆਨੀ ਭਾਈ ਹੀਰਾ ਸਿੰਘ ਜੀ ਮਨਿਹਾਲੇ ਵਾਲੇ, ਇਸੇ ਤਰ੍ਹਾਂ ਭਾਈ ਸਾਹਿਬ ਭਾਈ ਰਾਮ ਸਿੰਘ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜੋ ਵਿਸ਼ੇਸ਼ ਅਹੁਦੇਦਾਰ ਸਿੰਘ ਹਨ, ਇਸੇ ਤਰ੍ਹਾਂ ਜਥੇਦਾਰ ਬਾਬਾ ਨਰਵੈਰ ਸਿੰਘ ਜੀ, ਜਥੇਦਾਰ ਬਾਬਾ ਕਿਰਪਾ ਸਿੰਘ ਜੀ ਔਰ ਸਿੱਖ ਸਟੂਡੈਂਟਸ ਫੈਡਰੇਸ਼ਨ ਮਹਿਤਾ ਦੇ ਪ੍ਰਧਾਨ ਭਾਈ ਸਾਹਿਬ ਭਾਈ ਅਮਰਵੀਰ ਸਿੰਘ ਜੀ ਢੋਟ ਉਚੇਚੇ ਤੌਰ ਤੇ ਆਪਣੇ ਸਾਥੀ ਸਿੰਘਾਂ ਨਾਲ ਪਹੁੰਚੇ ਹੈ। ਇਹਨਾਂ ਸ਼ਹੀਦੀ ਸਮਾਗਮਾਂ ਵਿੱਚ ਵੀ ਉਹ ਬਹੁਤ ਵੱਧ ਚੜ ਕੇ ਹਿੱਸਾ ਲੈ ਰਹੇ ਹੈ, ਸੇਵਾ ਕਰ ਰਹੇ ਹੈ। ਸੰਤ ਬਾਬਾ ਗੁਰਮੀਤ ਸਿੰਘ ਜੀ ਉਹ ਵੀ ਸੰਗਤ ਦੇ ਵਿੱਚ ਬੈਠੇ ਹੈ। ਸਾਰਿਆਂ ਦਾ ਭਾਈ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਖਿਮਾ ਕਰਨੀਆਂ, ਇਤਨੀ ਹਾਜ਼ਰੀ ਪ੍ਰਵਾਨ ਕਰਨੀ। ਸ੍ਰੀ ਗੁਰ ਤੇ ਸੁਨ ਭਗਤ ਸੋਠਾਨੀ, ਭਇਓ ਮੁਰਾਰੀ ਆਤਮ ਗਿਆਨੀ। हे गोविंद हे गोपाल हे दयाल लाल, प्राणनाथ अनाथ सखे दीन दर्द निवार। हे समरथ अगम पूरन मोहे मया तार, अंधकूप महाभयान नानक पार उतार। हे अच्युत हे पार ब्रह्म अविनाशी अगनाश, हे पूरन हे सर्वमय दुख भंजन गुणतास। हे संगी हे निरंकार, हे निर्गुण सब टेक, हे गोबिंद हे गुण निधान जाकै सदा विवेक। हे अपरंपर हर हरे है पी हो बनहार, हे संत है कै सदा संग निधारा आधार। हे ठाकुर हूँ दासरो मैं निर्गुण गुण नहीं कोय, नानक दीजै नाम दान राखो हिय परोए। आए प्रभ शरणागति कृपा निध दयाल, एक अखर हर मन बसत नानक होत निहाल। श्री वाहिगुरु नाम जहाज है चढ़े सोतरे पार, जो सरदा कर सेम दे गुर पार उतारन हार। साध संगत जी, डॉक्टर साहबाना दी हदायतां दा हर माई भाई जरूर पालन करो। मेरी बेनती है, अपने चेहरे पूरी चंगी तरह ढक के रखो और जिन्ने भी संगत विच लंगर विच सेवा करते हैं सारे सेवादार अपने चेहरे ढक के सेवा करो। और नाल नाल जे चेहरे नहीं ढक सकते तो थोड़ी थोड़ी दूरी ते बैठो। ये जरूरी बेनतियां तुसी मेरियां रोजाने तुहानू बेनतियां हुंदियां, ये जरूर प्रवान करनियां। वाहिगुरू जी का खालसा, वाहिगुरू जी की फतेह।